ਹੈਲੋ एवरीवन दिस इज़ द यूट्यूब ਚੈਨਲ ਸਿਮਰਨ ਐਡੂਕਮ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਚੈਨਲ ਦੇ ਉੱਪਰ। ਤਾਂ ਇਸ ਚੈਨਲ ਦੇ ਉੱਪਰ ਤੁਸੀਂ ਪੀਟੈਟ ਨਾਲ ਸੰਬੰਧਿਤ ਜਿਹੜੇ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਹੈ ਉਹਨਾਂ ਦੀਆਂ ਵੀਡੀਓਜ਼ ਉਹਨਾਂ ਨੂੰ ਸੋਲਵ ਕੀਤਾ ਹੋਇਆ ਵਿਦ ਐਕਸਪਲੇਨੇਸ਼ਨਸ ਤੁਹਾਨੂੰ ਮਿਲ ਜਾਣਗੀਆਂ ਸਾਰਿਆਂ ਨੂੰ। ਤਾਂ ਇਸੇ ਲੜੀ ਦੇ ਤਹਿਤ ਆਪਾਂ ਪੀਟੈਟ 2 ਦੇ ਜਿੰਨੇ ਵੀ ਪੇਪਰ ਸੀਗੇ ਆਪਾਂ ਹੁਣ ਤੱਕ ਉਹਨਾਂ ਦਾ ਚਾਈਲਡ ਡਿਵੈਲਪਮੈਂਟ ਤੇ ਪੈਡਾਗੋਜੀ ਔਰ ਕੁਝ ਮੈਥ ਸਾਇੰਸ ਦੇ ਪੇਪਰ ਜਿਹੜੇ ਆਪਾਂ ਸੋਲਵ ਕੀਤੇ ਸੀ ਇਸ ਚੈਨਲ ਦੇ ਉੱਪਰ। ਤਾਂ ਅੱਜ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੇਪਰ 1 ਜਿਹੜੇ ETT ਵਾਲੇ ਜਿਹੜੇ 1st to 5th ਕਲਾਸ ਵਾਲੇ ਪੇਪਰ 1 ਪੀਟੈਟ ਦਾ ਪੇਪਰ ਦੇਣਗੇ ਉਹਨਾਂ ਦੇ ਉਹ ਪੋਰਸ਼ਨ ਨੂੰ ਉਹਨਾਂ ਦੇ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰਾਂ ਨੂੰ ਸੋਲਵ ਕਰਾਂਗੇ। ਤਾਂ ਅੱਜ ਆਪਾਂ ਪਹਿਲਾਂ ਸੋਲਵ ਕਰਨ ਜਾ ਰਹੇ ਹਾਂ ਪੇਪਰ 1 2021 ਦੇ ਵਿੱਚ ਜਿਹੜਾ ਪੇਪਰ ਆਇਆ ਸੀਗਾ ਉਹਦੀ ਸਿਰਫ এনवायरमेंटल ਸਟੱਡੀ ਵਾਲੇ ਪੋਰਸ਼ਨ ਨੂੰ ਮੈਂ ਪਹਿਲਾਂ ਸੋਲਵ ਕਰਨ ਜਾ ਰਿਹਾ। ਜੇ ਵੀਡੀਓ ਦੀ ਲੈਂਥ ਜ਼ਿਆਦਾ ਨਾ ਹੋਈ ਤਾਂ ਵਿੱਚ ਆਪਾਂ ਮੈਥ ਵਾਲਾ ਪੋਰਸ਼ਨ ਵੀ ਸੋਲਵ ਕਰਾਂਗੇ, ਨਹੀਂ ਤਾਂ ਤੁਹਾਨੂੰ ਉਸਦੀ ਇੱਕ ਅਲੱਗ ਜਿਹੜੀ ਵੀਡੀਓ ਹੋਏ ਮਿਲੂਗੀ। ਤਾਂ ਆਪਾਂ ਇਹਦੀ ਵੀਡੀਓ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਇੱਕ ਰਿਕੁਐਸਟ ਆ ਸਾਰਿਆਂ ਨੂੰ ਕਿ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਤਾਂ ਇੱਕ ਇਸ ਕੁਐਸਚਨ ਦੇ ਵਿੱਚ ਦੋਨਾਂ ਮੀਡੀਅਮ ਦੇ ਵਿੱਚ ਮੇਰੇ ਕੋਲ ਕੁਐਸਚਨ ਪਏ ਨੇ। ਮੈਂ ਇੰਗਲਿਸ਼ ਮੀਡੀਅਮ ਤੋਂ ਪੜ੍ਹ ਕੇ ਪਹਿਲਾਂ ਉਹਨਾਂ ਨੂੰ ਐਕਸਪਲੇਨ ਕਰੂੰਗਾ, ਕੁਝ ਪੰਜਾਬੀ ਮੀਡੀਅਮ ਦੇ ਵਿੱਚ ਵੀ ਆਉਣਗੇ ਔਰ ਸਾਰੀ ਐਕਸਪਲੇਨੇਸ਼ਨ ਤਾਂ ਨਹੀਂ ਪਰ ਇੱਕ ਹਰੇਕ ਆਪਸ਼ਨ ਬਾਰੇ ਕੁਝ ਨਾ ਕੁਝ ਮੈਂ ਜ਼ਰੂਰ ਦੱਸੂੰਗਾ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਕੁਐਸਚਨ। ਸਭ ਤੋਂ ਪਹਿਲਾ ਕੁਐਸਚਨ ਕੀ ਆਪਣੇ ਕੋਲ ਹੈਗਾ ਹੈ, in the teaching learning process the environmental education which of the following is false। अगर टीचिंग लर्निंग प्रोसैस की गल करिए ठीक है तो पर्टिकुलर एनवायरमेंट वर्ड में जोड़ता, वैसे तो सारे एजुकेशन के उपर ही लग जाता कि टीचिंग लर्निंग प्रोसैस के अकॉर्डिंग जी नीचे वाली कि स्टेटमेंट है जी गलत है। पर्टिकुलर एनवायरमेंटल एजुकेशन की गल की उन्हें। ट्रांजैक्शन एक्टिविटी इनवॉल्व द इंटरैक्टिव एक्सचेंज ऑफ आइडियाज़ एंड आर इन दी इफैक्टिव इन दी ਕਲਾਸ ਰੂਮ। ਕਹਿੰਦਾ ਕਿ ਜਿਹੜੀ ਪ੍ਰੋਪਰ ਆਪਣੇ ਕੋਲ ਹੁੰਦੀ ਆ ਕਿ ਆਪਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ ਕਲਾਸ ਦੇ ਵਿੱਚ, ਤਾਂ ਉਹਦੇ ਨਾਲ ਜਿਹੜੀ ਇੱਕ ਕਲਾਸ ਪ੍ਰਭਾਵਸ਼ਾਲੀ ਹੁੰਦੀ, ਬਿਲਕੁਲ ਸਹੀ ਗੱਲ ਹੈ। ਸੈਕੰਡ ਆਪਸ਼ਨ ਕੀ ਹੈ, ਸਟੂਡੈਂਟਸ ਆਰ ਇੰਪਾਵਰਡ ਬਾਈ ਦ ਟੀਚਰਸ। ਜਿਹੜੇ ਸਟੂਡੈਂਟ ਹੁੰਦੇ ਆ ਉਹਨਾਂ ਨੂੰ ਟੀਚਰ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਂਦਾ ਜਾਂ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ। ਸਟੂਡੈਂਟਸ ਰੋਲ ਇਜ਼ ਆਟੋਕ੍ਰੈਟਿਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਤਾਨਾਸ਼ਾਹੀ ਹੁੰਦੇ ਆ। ਤਾਂ ਇਹ ਜਿਹੜੀ ਸਟੇਟਮੈਂਟ ਬਿਲਕੁਲ ਗਲਤ ਆ। ਤਾਂ ਫਸਟ ਕੁਐਸਚਨ ਦੀ ਆਪਸ਼ਨ ਕੀ ਆਏਗੀ, ਸੀ ਆਪਸ਼ਨ ਆਏਗੀ ਟੀਚਰਸ ਇਜ਼ ਆਟੋਕ੍ਰੈਟਿਕ ਨਹੀਂ ਹੁੰਦੇ। ਆਪਾਂ ਨੂੰ ਲਰਨਰ ਸੈਂਟਰ ਹੀ ਜਾਣਾ ਪਏਗਾ, ਆਪਾਂ ਨੂੰ ਬੱਚੇ ਨੂੰ ਧਿਆਨ ਵਿੱਚ ਰੱਖ ਕੇ ਹੋਏ ਹੀ ਜਿਹੜਾ ਆਪਣੀ ਟੀਚਿੰਗ ਲਰਨਿੰਗ ਪ੍ਰੋਸੈਸ ਜਿਹੜਾ ਕਰਨਾ ਪਏਗਾ। ਤਾਂ ਇੱਥੇ ਉਹਨੇ ਕਿਹਾ ਕਿ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਰੋਲ ਆਫ ਟੀਚਰ ਆ ਉਹ ਕੀ ਹੈ, ਆਟੋਕ੍ਰੈਟਿਕ ਹੈ, ਜਿਹੜਾ ਕਿ ਫਾਲਸ। ਆਪਾਂ ਇਹਦੇ ਵਿੱਚ ਫਾਲਸ ਹੀ ਦੱਸਣਾ ਸੀ। ਕੀ ਹੈ, ਵਿਚ ਆਫ ਦਾ ਫੋਲੋਇੰਗ ਗਿਵਸ ਦਾ 4 ਸਟੇਜਸ ਆਫ ਆਰਗੇਨਾਈਜੇਸ਼ਨ एनवायरमेंटल ਸਟੱਡੀਜ਼ ਐਕਟੀਵਿਟੀਜ਼ ਇਨ ਦੀ ਲੌਜੀਕਲ ਸੀਕੁਐਂਸ। ਅਗਰ ਆਪਾਂ ਕੋਈ ਵੀ এনवायरमेंटल ਸਟੱਡੀ ਨੂੰ ਆਰਗੇਨਾਈਜ਼ ਕਰਦੇ ਹਾਂ ਤਾਂ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਹੈ ਆਪਾਂ ਜਿਹੜੀ ਐਕਟੀਵਿਟੀ ਜਦੋਂ ਕਰਦੇ ਹਾਂ ਤਾਂ ਉਹਨੂੰ ਆਪਾਂ ਕਿਸ ਪ੍ਰੋਪਰ ਤਰੀਕੇ ਦੇ ਨਾਲ ਲਾਉਣੇ ਆ। ਜਿਵੇਂ ਇਹਦੇ ਵਿੱਚ ਇਹ ਆਪਸ਼ਨ ਪੜ੍ਹਨ ਤੋਂ ਪਹਿਲਾਂ ਕਾਮਨ ਜੀ ਗੱਲ ਹੈ ਕਿ ਅਗਰ ਆਪਾਂ ਕੋਈ ਵੀ ਕੰਮ ਕਰਨਾ, ਕੋਈ ਵੀ ਐਕਟੀਵਿਟੀ ਕਰਨੀ, ਸਭ ਤੋਂ ਪਹਿਲਾਂ ਉਹਦਾ ਕੀ ਕਰਦੇ ਹਾਂ, ਆਪਾਂ ਪਲੈਨਿੰਗ ਕਰਦੇ ਹਾਂ ਨਾ ਕਿਆ ਕੰਮ ਕਰਨਾ। ਤਾਂ ਇਹਨਾਂ ਆਪਸ਼ਨ ਦੇ ਵਿੱਚ ਜਿਹੜੀਆਂ ਆਪਾਂ ਦਿੱਤਾ ਹੋਇਆ ਸੀਗਾ, ਜਿਹੜੀਆਂ ਆਪਣੇ ਕੋਲ ਅਲੱਗ-ਅਲੱਗ ਦਿੱਤੀ, ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਪਲੈਨਿੰਗ। ਤਾਂ ਇਹਦਾ ਮਤਲਬ ਇਹ ਆਪਸ਼ਨ ਵੀ ਨਹੀਂ ਹੋਊਗੀ ਔਰ 3 ਆਪਸ਼ਨ ਰਹਿ ਗਈਆਂ। ਪਲੈਨਿੰਗ ਆਪਾਂ ਕਰ ਲਈ, ਪਲੈਨਿੰਗ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਉਸ ਨੂੰ ਐਕਟੀਵਿਟੀ ਨੂੰ ਕਰਦੇ ਹਾਂ, ਆਪਾਂ ਕਰਾਂਗੇ ਕੰਡਕਟ ਆਫ ਐਕਟੀਵਿਟੀ। ਤਾਂ ਸੀ ਆਪਸ਼ਨ ਬਣ ਸਕਦੀ ਹੈ ਕੰਡਕਟ ਆਫ ਐਕਟੀਵਿਟੀ। ਫਿਰ ਇਵੈਲੂਏਟਿੰਗ ਦਾ ਪਰਫਾਰਮੈਂਸ, ਫਿਰ ਆਪਣੇ ਕੋਲ ਕੀ ਆ ਗਿਆ, ਰਿਫਲੈਕਟਿੰਗ ਔਨ ਦਾ ਪ੍ਰੋਸੈਸ। ਤਾਂ ਸੈਕੰਡ ਕੁਐਸਚਨ ਦਾ ਆਨਸਰ ਸੀ ਆਏਗਾ। ਆਪਾਂ ਇਵੈਲੂਏਟ ਕਰਾਂਗੇ, ਉਹਦਾ ਮੁਲਾਂਕਣ ਕਰਾਂਗੇ ਆਪਣੇ ਪਰਫਾਰਮੈਂਸ ਦੀ ਕੰਮ ਤੋਂ ਬਾਅਦ। ਫਿਰ ਆਪਾਂ ਉਹਦੇ ਵਿੱਚ ਜਿਹੜਾ ਪ੍ਰੋਸੈਸ ਆ ਉਹਨੂੰ ਸਾਰੇ ਨੂੰ ਦੁਬਾਰਾ ਕੀ ਕਰਾਂਗੇ, ਗਤੀਵਿਧੀ ਤਰੀਕੇ ਦੇ ਨਾਲ ਸੰਚਾਲਨ ਕਰਕੇ ਦੇਖਾਂਗੇ। ਤਾਂ ਪਹਿਲਾਂ ਪਲਾਨਿੰਗ, ਫਿਰ ਕੰਡਕਟਿੰਗ ਦਾ ਐਕਟੀਵਿਟੀ, ਫਿਰ ਇਵੈਲੂਏਟਿੰਗ ਦਾ ਪਰਫਾਰਮੈਂਸ, ਫਿਰ ਰਿਫਲੈਕਟਿੰਗ ਔਨ ਦਾ ਪ੍ਰੋਸੈਸ। ਤਾਂ ਇਹਦੀ ਕੁਐਸਚਨ ਦੇ ਆਨਸਰ ਕੀ ਆਏਗਾ, ਸੀ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ, ਕੁਐਸਚਨ ਨੰਬਰ 123। ਕੰਟੀਨਿਊਸ ਐਂਡ ਕੰਪਰੀਹੈਂਸਿਵ ਵੈਲੂਏਸ਼ਨ ਬੀਇੰਗ ਏ ਸਕੂਲ ਬੇਸਡ ਸਿਸਟਮ ਆਫ ਵੈਲੂਏਸ਼ਨ ਡਜ਼ ਨਾਟ ਰਿਕੁਆਇਰ ਦਾ ਐਨੀ ਕੰਪਲੀਕੇਸ਼ਨ ਆਫ ਚਿਲਡਰਨਸ ਪ੍ਰੋਗਰੈਸ ਐਟ ਦਾ ਲੈਵਲ। ਜਿਹੜੀ CCE ਨੂੰ ਆਪਾਂ ਬੋਲਦੇ ਹਾਂ, ਕੰਟੀਨਿਊਸ ਅਤੇ ਕੰਪਰੀਹੈਂਸਿਵ ਵੈਲੂਏਸ਼ਨ ਹੁੰਦੀ ਹੈ, ਉਹ ਅਸਲ ਦੇ ਵਿੱਚ ਹੁੰਦੀ ਹੀ ਗਰਾਊਂਡ ਲੈਵਲ 'ਤੇ। ਜਿਹੜੀ ਆਪਾਂ ਸਕੂਲ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਕਲਾਸ ਟੈਸਟ ਹੋਰ ਕੋਈ ਟੈਸਟ ਲੈਂਦੇ ਹਾਂ, ਫਿਰ ਉਹਨਾਂ ਦੇ ਸਮੇਂ-ਸਮੇਂ 'ਤੇ ਬਾਈ ਮੰਥਲੀ ਮਹੀਨੇ ਬਾਅਦ ਵਾਲੇ ਟੈਸਟ, ਵੀਕਲੀ ਟੈਸਟ ਹੁੰਦੇ ਆ, ਕੋਈ ਔਰਲ ਟੈਸਟ ਲੈਂਦੇ, ਕੋਈ ਐਕਟੀਵਿਟੀਜ਼ ਕਰਵਾਉਣੇ ਆ, ਉਹ ਸਾਰੀਆਂ CCE ਦੇ ਵਿੱਚ ਆਉਂਦੀਆਂ, ਕੰਟੀਨਿਊਸ ਐਂਡ ਕੰਪਰੀਹੈਂਸਿਵ ਵੈਲੂਏਸ਼ਨ। ਔਰ ਇਹ ਸਕੂਲ ਲੈਵਲ 'ਤੇ ਹੁੰਦੀ ਆ, ਨਾ ਕਿ ਇਹ ਕਲਸਟਰ ਜਾਂ ਬਲਾਕ ਜਾਂ ਡਿਸਟ੍ਰਿਕਟ ਲੈਵਲ 'ਤੇ। ਇਹ ਆਪਣੇ ਕੋਲ ਸਿਰਫ ਇਹਦੇ ਵਿੱਚ ਨੋਟ ਵਰਡ ਦਿੱਤਾ ਸੀ, ਡਜ਼ ਨਾਟ ਰਿਕੁਆਇਰ ਐਨੀ ਕੰਪਲੀਕੇਸ਼ਨ। ਤਾਂ ਇਹਦਾ ਕੀ ਆਨਸਰ ਕੀ ਆਏਗਾ, ਡੀ, ਆਲ ਆਫ ਦਾ ਅਬਵ। ਤਾਂ ਇਹਦੇ ਨਾਲ ਤੁਹਾਡਾ ਫਸਟ 123 ਤੱਕ ਕੁਐਸਚਨ ਕੰਪਲੀਟ ਹੋਇਆ। ਕੁਐਸਚਨ ਨੰਬਰ 21 ਕੀ ਹੈ, ਕੁਐਸਚਨ ਨੰਬਰ 21 ਪੰਜਾਬੀ ਮੀਡੀਅਮ ਦੇ ਵਿੱਚ ਦਿੱਤਾ, ਇਹਨੂੰ ਧਿਆਨ ਨਾਲ ਪੜ੍ਹ ਲਓ। ਵਾਤਾਵਰਨ ਸਿੱਖਿਆ ਅਧਿਆਪਨ ਸਿਖਲਾਈ ਪ੍ਰਕਿਰਿਆ ਵਿੱਚ
ਕਿਹੜਾ ਕਥਨ ਗਲਤ ਹੈ, ਜਿਹੜਾ ਆਪਾਂ ਹੁਣੇ ਕਰਕੇ ਹਟੇ ਸੀਗੇ। ਤਾਂ ਇਸ ਕੁਐਸਚਨ ਦਾ ਆਨਸਰ ਬਣਿਆ ਸੀ ਆਪਣੇ ਕੋਲੇ ਸੀ, ਜਿਹੜਾ ਅਧਿਆਪਕ ਦੀ ਭੂਮਿਕਾ ਤਾਨਾਸ਼ਾਹੀ ਵਾਲੀ ਹੁੰਦੀ ਹੈ। ਕੁਐਸਚਨ ਨੂੰ ਪਹਿਲਾਂ ਐਕਸਪਲੇਨ ਕਰਨਾ, ਬਟ ਇਹਨਾਂ ਦੇ ਆਨਸਰ ਮੈਂ ਇੱਕ ਵਾਰ ਫਿਰ ਦੱਸ ਦਿੰਦਾ। ਕੁਐਸਚਨ ਨੰਬਰ 122 ਸੀਗਾ ਤਰਕਪੂਰਨ ਜਿਹੜੀ ਗਤੀ ਦੀ ਯੋਜਨ ਸੀਗਾ। ਤਾਂ ਪਹਿਲਾਂ ਆਪਾਂ ਕੀ ਕਰਦੇ ਹੁੰਦੇ, ਯੋਜਨਾਬੰਦੀ, ਫਿਰ ਗਤੀ ਦੀ ਵਿਧੀ ਦਾ ਸੰਚਾਲਨ, ਫਿਰ ਕਾਰਜਕਾਰੀ ਦਾ ਮੁਲਾਂਕਣ, ਤੇ ਫਿਰ ਪ੍ਰਕਿਰਿਆ ਨੂੰ ਪ੍ਰਤੀਬਿੰਬਿਤ ਕਰਦੇ ਆਪਾਂ। ਠੀਕ ਹੈ, ਤਾਂ 122 ਇਹ ਐਕਸਲ ਦੇ ਵਿੱਚ ਇੱਕ ਜਿਹੜਾ ਪੇਪਰ ਦਾ ਸੈੱਟ ਚੱਕਿਆ ਸੀਗਾ ਨਾ, ਉਹਦੇ ਵਿੱਚ ਮਗਰਲੇ 121 ਤੋਂ ਲੈ ਕੇ 150 ਤੱਕ ਜਿਹੜੇ ਕੁਐਸਚਨ ਸੀ ਉਹ এনवायरमेंट ਸਟੱਡੀ ਨਾਲ ਰਿਲੇਟਡ ਸੀ, ਤਾਂ ਕਰਕੇ ਉਹਦੇ ਵਿੱਚੋਂ 122 ਜਾਂ ਉਸ ਜਿਵੇਂ ਟਾਈਪ ਕੀਤਾ ਹੋਇਆ ਉਵੇਂ ਦੀ ਉਵੇਂ ਹੀ ਆ ਗਿਆ ਇਹ। ਕੁਐਸਚਨ ਨੰਬਰ 123 ਕੀ ਆ, ਨਿਰੰਤਰ ਜਿਹੜਾ ਸੀਸੀਬੀ ਮੁਲਾਂਕਣ ਆ ਗਿਆ ਸੀਗਾ। ਤਾਂ ਉਪਰੋਕਤ ਸਾਰੇ ਸੀਗੇ, ਇਹਨਾਂ ਵਿੱਚ ਕਿਹੜੇ ਸੰਕਲਨ ਦੀ ਲੋੜ ਨਹੀਂ, ਨਾ ਜ਼ਿਲ੍ਹਾ ਕਲਸਟਰ ਜਾਂ ਬਲਾਕ ਲੈਵਲ, ਸਿਰਫ ਗਰਾਊਂਡ ਲੈਵਲ ਦਾ ਵਰਕ ਹੀ ਹੈਗਾ ਆ। ਨੈਕਸਟ ਕੁਐਸਚਨ 124 ਆ ਗਿਆ, ਨਵਾਂ ਕੁਐਸਚਨ ਕੀ ਆ, ਬੋਧੀ ਸਤੂਪਾ ਹੈ ਬੀਨ ਡਿਸਕਵਰਡ ਇਨ ਦੀ ਪੰਜਾਬ। ਜਿਹੜਾ ਬੋਧੀ ਸਤੂਪਾ ਸੀਗਾ ਉਹ ਪੰਜਾਬ ਦੇ ਵਿੱਚ ਕਿੱਥੇ ਮਿਲਿਆ ਸੀਗਾ, ਉਹ ਮਿਲਿਆ ਸੀ ਖਮਾਣੋ ਐਂਡ ਸੰਗੋਲ। ਤਾਂ ਇਹ ਜੀ ਫਸਟ ਆਪਸ਼ਨ ਆਊਗੀ। ਇਹ ਇੱਕ ਚੰਡੀਗੜ੍ਹ ਇੱਥੇ ਆਪਣੇ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਦੇ ਉੱਪਰ 1968 ਦੇ ਵਿੱਚ ਖਮਾਣੋ ਬਲਾਕ ਵਿੱਚ ਇੱਕ ਪਿੰਡ ਪੈਂਦਾ ਸੰਗੋਲ, ਉੱਥੇ ਜਿਹੜਾ ਸੀਗਾ ਬੋਧੀ ਸਤੂਪਾ ਦੀ ਜਿਹੜੀ ਆ ਉੱਥੇ ਇੱਕ ਪੁਰਾਤਨ ਜਿਹੜੀ ਸੀਗੀ ਆਪਾਂ ਨੂੰ ਕਹਿ ਲਈਏ ਕਿ ਜਿਹੜੀਆਂ ਸੱਭਿਅਤਾ ਜਿਵੇਂ ਆਪਾਂ ਕਹਿ ਦਿੰਦੇ ਹਾਂ, ਤਾਂ ਉਹਦੀ ਡਿਸਕਵਰੀ ਹੋਈ ਸੀ। ਉਹਦੇ ਉੱਪਰ ਉੱਥੇ ਮਿਊਜ਼ੀਅਮ ਵੀ ਬਣਿਆ ਹੋਇਆ। ਠੀਕ ਹੈ, ਤਾਂ ਉਸ ਤੋਂ ਬਾਅਦ ਹੈ ਕੁਐਸਚਨ ਨੰਬਰ 125 ਕੀ ਹੈ, ਮੁੰਡਾ ਟਰਾਈਬਸ ਇਜ਼ ਪ੍ਰਾਇਮਰਲੀ ਫਾਊਂਡ ਇਨ ਵਿਚ ਸਟੇਟ। ਇਨ ਵਿਚ ਸਟੇਟ ਜਿਹੜੀ ਮੁੰਡਾ ਟਰਾਈਬਸ ਆ, ਜਿਹੜਾ ਬਿਰਸਾ ਮੁੰਡਾ ਸੀਗਾ ਹੈ ਨਾ, ਆਪਣੇ ਕੋਲ ਇੱਕ ਬਹੁਤ ਟਰਾਈਬਸ ਆਉਂਦੀਆਂ ਨੇ। ਟਰਾਈਬਸ ਮਤਲਬ ਜਿਹੜੇ ਕਬੀਲੇ ਵਾਸੀ ਹੁੰਦੇ ਨੇ। ਤਾਂ ਇਹ ਇੱਕ ਫੋਕ ਹੀਰੋ ਸੀਗਾ ਅਤੇ ਫਰੀਡਮ ਫਾਈਟਰ ਵੀ ਬੋਲਦੇ ਆ ਨਾ। ਇਹ ਕਿਹੜੀ ਸਟੇਟ ਦੇ ਵਿੱਚ ਮਿਲਦਾ, ਇਹ ਜਿਹੜੀ ਇਹਨਾਂ ਦੀ ਮੈਜੋਰਟੀ ਹੈ ਜਾਂ ਜਿਹਨੇ ਇਸ ਕਬੀਲੇ ਦੇ ਜ਼ਿਆਦਾ ਲੋਕ ਕਿੱਥੇ ਰਹਿੰਦੇ ਆ, ਝਾਰਖੰਡ। ਤਾਂ ਕੀ ਆਪਸ਼ਨ ਆਏਗੀ, ਇਹ ਝਾਰਖੰਡ ਆਪਸ਼ਨ ਜਿਹੜੀ ਹੈ ਉਹ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਆਪਣੇ ਕੋਲ ਕੀ ਆ ਗਿਆ 126, 1 ਟਰੀ ਫਾਰ 1 ਚਾਈਲਡ। ਕਹਿੰਦਾ ਕਿ ਇੱਕ ਜਿਹੜਾ ਹੈਗਾ ਆਪਣੇ ਕੋਲ ਦਰਖਤ ਤੇ ਇੱਕ ਬੱਚੇ, ਹਰੇਕ ਬੱਚੇ ਲਈ ਇੱਕ ਰੁੱਖ। ਇਹ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਸੀ ਪਹਿਲਾਂ, ਹੁਣ ਤਾਂ 5 ਇਅਰਸ ਪਲਾਨ ਜਿਹੜੇ ਉਹ ਨਹੀਂ ਆਉਂਦੇ, ਮਿਨਿਸਟਰੀ ਆਫ ਇਹਨਾਂ ਨੇ ਚੇਂਜ ਕਰਤੀ ਹੈ, ਮਿਨਿਸਟਰੀ ਆਫ ਪਲਾਨਿੰਗ ਬਣਾਤੀ ਹੈ। ਪਹਿਲਾਂ ਇਹ ਜਿਹੜੇ 5 ਈਅਰ ਪਲਾਨ ਸੀਗੇ ਉਹਦੇ ਅੰਡਰ ਇਹ ਸੀ ਆਪਸ਼ਨ ਦੇ ਵਿੱਚ ਆਉਂਦਾ ਸੀਗਾ। 6ਵੀਂ ਜਿਹੜੀ ਸੀਗੀ 5 ਸਾਲਾ ਯੋਜਨਾ ਦੇ ਤਹਿਤ ਜਿਹੜਾ ਇਹ ਪ੍ਰੋਗਰਾਮ ਚਲਾਇਆ ਗਿਆ ਸੀਗਾ। ਕੁਐਸਚਨ ਨੰਬਰ 127 ਕੀ, ਵਿੱਚ ਅਮੰਗ ਦਾ ਫੋਲੋਇੰਗ ਟਰੀ ਇਜ਼ ਨਾਟ ਨੇਟਿਵ ਆਫ ਦਾ ਇੰਡੀਆ। ਤਾਂ ਕਹਿੰਦਾ ਕਿ ਹੇਠ ਲਿਖਿਆਂ ਦੇ ਵਿੱਚੋਂ ਜਿਹੜਾ ਇਹ ਦਿੱਤੇ ਆ ਰੁੱਖ, ਉਹ ਇਹਨਾਂ ਵਿੱਚੋਂ ਕਿਹੜਾ ਹੈਗਾ ਜਿਹੜਾ ਭਾਰਤੀ ਮੂਲ ਦਾ ਨਹੀਂ। ਮਤਲਬ ਇਹ ਹੈ ਜਿਹੜਾ ਬਾਹਰਲੇ ਪਾਸਿਓਂ ਆਪਾਂ ਜਿਵੇਂ ਪ੍ਰਜਾਤੀ ਲੈ ਕੇ ਆਉਣੇ ਆ ਨਾ, ਤਾਂ ਬਾਹਰਲੇ ਪਾਸਿਓਂ ਆਪਣੇ ਇੰਡੀਆ ਦੇ ਵਿੱਚ ਆਇਆ ਔਰ ਇੱਥੇ ਜਾ ਕੇ ਉਹ ਗਰੋ ਕਰ ਗਿਆ, ਇੱਥੇ ਜਾ ਕੇ ਉਹ ਵੱਧ ਗਿਆ। ਨੀਮ, ਬਨਿਆਨ, ਗੁਲਮੋਹਰ ਜਾਂ ਇਕਲੇਪੇਟਸ। ਅਸਲ ਦੇ ਵਿੱਚ ਇਹ ਹੁੰਦਾ ਸਫੈਦਾ ਆਪਣੇ ਕੋਲੇ। ਜਿਹੜਾ ਇਹਦੀ ਆਪਸ਼ਨ ਆਊਗੀ ਡੀ, ਇਹਨੂੰ ਬੋਲਦੇ ਆ ਸਫੈਦਾ। ਸਫੈਦੇ ਤਾਂ ਆਪਣੇ ਬਹੁਤ ਦੇਖੇ ਨਾ, ਇਹ ਇੱਥੋਂ ਦਾ ਨਹੀਂਗਾ, ਇਹ ਬਾਹਰੋਂ ਆਇਆ ਸੀਗਾ। ਠੀਕ ਹੈ, ਬਾਹਰੋਂ ਆਇਆ ਭਾਵ ਇਹਦਾ ਜਿਹੜਾ ਬੀਜ ਸੀਗਾ ਬਾਹਰੋਂ ਲਿਆ ਕੇ ਇੱਥੇ ਬੋਇਆ ਗਾ। ਜਿਵੇਂ ਆਲੂ ਨੂੰ ਕਹਿ ਦਿੰਦੇ ਨਾ ਕਿ ਉਹ ਆਪਣੇ ਇੰਡੀਆ ਦਾ ਨਹੀਂ ਸੀ, ਉਹ ਪੁਰਤਗਾਲੀ ਜਦੋਂ ਪਹਿਲਾਂ ਆਏ ਸੀ ਤਾਂ ਉਹ ਲੈ ਕੇ ਆਏ ਸੀ, ਜਦੋਂ ਉਹਨੂੰ ਉਸ ਤੋਂ ਆਪਾਂ ਅੱਗੇ ਹੋਰ ਗਰੋ ਕਰ ਲਿਆ ਸੀਗਾ। ਤਾਂ ਹੁਣ ਆਪਣੇ ਉਹ ਐਂ ਲੱਗਦਾ ਕਿ ਜੋ ਇੰਡੀਆ ਦਾ ਹੀ। ਇਸੇ ਤਰ੍ਹਾਂ ਇਹ ਜਿਹੜਾ ਸਫੈਦਾ ਵੀ ਹੈ, ਇਹ ਕੀ ਹੈ, ਨਾਟ ਨੇਟਿਵ ਆਫ ਇੰਡੀਆ। ਆਪਾਂ ਇੱਥੇ ਪੰਜਾਬੀ ਮੀਡੀਅਮ ਦੇ ਵਿੱਚ ਦੇਖ ਲੈਂਦੇ। ਪੰਜਾਬੀ ਮੀਡੀਅਮ ਜਦੋਂ ਪੜ੍ਹੋਗੇ ਤਾਂ ਬਹੁਤ ਸੌਖਾ ਪਤਾ ਲੱਗੂਗਾ। ਜਿਵੇਂ ਆ ਸੀ ਨਾ ਪੰਜਾਬੀ ਵਿੱਚ ਅੱਜ ਬੋਧੀ ਸਪੂਤਾ ਦੀ ਖੋਜ ਖਮਾਣੋ ਅਤੇ ਬਟਾਲਾ ਵਿੱਚ ਕੀਤੀ ਗਈ ਸੀ। ਚਲੋ ਮੈਂ ਇੱਕ ਸਾਰੀ ਕੰਪਲੀਟ ਕਰ ਲੈਣਾ, ਫਿਰ ਹੀ ਇਸ ਪੇਜ ਦੇ ਆਪਾਂ ਨੈਕਸਟ ਪਾਰਟ 'ਤੇ ਆਵਾਂਗੇ। ਤਾਂ ਕੁਐਸਚਨ ਨੰਬਰ 127 ਤੱਕ ਆਪਣਾ ਹੋ ਗਿਆ। ਕੁਐਸਚਨ ਨੰਬਰ 128 ਸੀਗਾ, ਇਬਨ ਬਤੂਤਾ ਏ ਟਰੈਵਲਰ ਹੂ ਕੇਮ ਟੂ ਇੰਡੀਆ ਬਿਲੋਂਗਸ ਟੂ। ਇੱਕ ਇਬਨ ਬਤੂਤਾ ਨਾਮ ਦਾ ਜਿਹੜਾ ਸੀਗਾ ਟਰੈਵਲਰ ਸੀਗਾ, ਉਹ ਇੰਡੀਆ ਦੇ ਵਿੱਚ ਆਇਆ ਸੀ ਪੁਰਾਤਨ ਕਾਲ ਦੇ ਵਿੱਚ, ਖਾਸ ਤੌਰ 'ਤੇ ਮੁਗਲ ਕਾਲ ਦੇ ਵਿੱਚ, ਜਦੋਂ ਦਿੱਲੀ ਸਲਤਨਤ ਦਾ ਇੱਥੇ ਰਾਜ ਸੀਗਾ। ਤਾਂ ਉਦੋਂ ਕਹਿੰਦਾ ਕਿ ਉਹ ਕਿਹੜੀ ਕੰਟਰੀ ਨੂੰ ਬਿਲੋਂਗ ਕਰਦਾ ਸੀ। ਬਹੁਤ ਇੰਪੋਰਟੈਂਟ ਕੁਐਸਚਨ ਆ। ਬੜੇ ਹੋਰ ਵੀ ਜਿਹੜੇ ਟੈਸਟ ਹੁੰਦੇ ਆ ਉਹਨਾਂ ਦੇ ਵਿੱਚ ਵੀ ਕੁਐਸਚਨ ਬਹੁਤ ਵਾਰੀ ਪੁੱਛਿਆ ਗਿਆ ਆ ਕਿ ਉਹ ਕਿੱਥੋਂ ਦਾ ਬਿਲੋਂਗ ਕਰਦਾ ਸੀਗਾ। ਉਹ ਕਰਦਾ ਸੀਗਾ ਮੋਰੱਕੋ ਨੂੰ ਬਿਲੋਂਗ। ਤਾਂ ਸੀ ਆਪਸ਼ਨ ਇਹਦਾ ਰਾਈਟ ਆਨਸਰ ਹੋਊਗਾ। ਇਬਨ ਬਤੂਤਾ ਮੁਸਲਿਮ ਟਰੈਵਲਰ ਸੀਗਾ ਇਹ। ਇਹਦੀ ਇੱਕ ਫੇਮਸ ਬੁੱਕ ਵੀ ਹੈਗੀ ਸੀ ਰਹਾਲ, ਔਰ ਦਿੱਲੀ ਸਲਤਨਤ ਮੁਹੰਮਦ ਬਿਨ ਤੁਗਲਕ ਦੇ ਸਮੇਂ ਦੇ ਵਿੱਚ ਹੀ ਇਹ ਇੰਡੀਆ ਦੇ ਵਿੱਚ ਆਇਆ ਸੀਗਾ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਣੇ ਕੋਲ ਅੱਗੇ ਕੁਐਸਚਨ ਹੈਗਾ ਕੁਐਸਚਨ ਨੰਬਰ 129। ਕੀ ਹੈ ਕੁਐਸਚਨ ਨੰਬਰ 129? ਕਹਿੰਦਾ ਡੈਸ਼ ਸਟੇਟਸ ਦੈਟ ਇਟ ਸ਼ੈਲ ਬੀ ਦ ਡਿਊਟੀ ਆਫ ਐਵਰੀ ਸਿਟੀਜ਼ਨ ਆਫ ਇੰਡੀਆ ਟੂ ਪ੍ਰੋਟੈਕਟ ਐਂਡ ਇੰਪਰੂਵ ਦ ਨੈਚੁਰਲ ਇਨਵਾਇਰਮੈਂਟ ਦੈਟ ਇਨਕਲੂਡਸ ਲੇਕ, ਰਿਵਰਸ, ਫੋਰੈਸਟ ਐਂਡ ਵਿਲਡਫੇਅਰ। ਕਹਿੰਦਾ ਕਿ ਇਹਨਾਂ ਦੇ ਵਿੱਚ ਆਪਣੇ ਕੋਲ ਅਸਲ ਵਿੱਚ ਕੁਐਸਚਨ ਪੋਲੀਟੀਕਲ ਸਾਇੰਸ ਦੇ ਵਿੱਚੋਂ ਆਇਆ, ਜਿਨ੍ਹਾਂ ਨੇ ਪੋਲ ਸਾਇੰਸ ਪੜ੍ਹੀ ਹੋਈ ਹੈ, ਜਾਂ ਵੈਸੇ ਤਾਂ ਇਹ ਨਾਗਰਿਕ ਸ਼ਾਸਤਰ ਜਿਹੜਾ ਆਪਾਂ 10th ਤੱਕ ਪੜ੍ਹੇ ਉਹਦੇ ਵਿੱਚੋਂ ਹੀ ਕੁਐਸਚਨ ਦਾ ਕਿ ਇਹ ਆਪਣੇ ਕੋਲੇ ਕੀ ਦਿੱਤਾ ਹੋਇਆ ਕਿ ਇਹਨਾਂ ਵਿੱਚ ਕਿਹੜੇ ਆਰਟੀਕਲ ਦੇ ਵਿੱਚ ਜਿਹੜਾ ਹੈਗਾ ਆ ਆਪਾਂ ਇਨਵਾਇਰਮੈਂਟ ਨੂੰ
ਪ੍ਰੋਡਕਟ ਨੂੰ ਮਤਲਬ ਪ੍ਰੋਟੈਕਟ ਕਰਨਾ, ਉਹਦੀ ਸਾਂਭ ਸੰਭਾਲ ਤੇ ਉਹਨੂੰ ਇੰਪਰੂਵ ਕਰਨ ਦੀ ਜਿਹੜੀ ਡਿਊਟੀ ਬਣਦੀ ਆ ਹਰੇਕ ਸਿਟੀ ਛੱਡੀ ਜਾਂਦੀ ਹੈ। ਅਸਲ ਦੇ ਵਿੱਚ ਤੁਸੀਂ ਕੁਐਸਚਨ ਨੂੰ ਜਿਨ ਥੋੜ੍ਹਾ ਜਿਹਾ ਨਾਗਰਿਕ ਸ਼ਾਸਤਰ ਪੜ੍ਹੀ ਹੈ ਤਾਂ ਉੱਥੇ ਇਹ ਗੱਲ ਕਲੀਅਰ ਹੈ ਵੀ ਡਿਊਟੀ ਦੀ ਗੱਲ ਕੀਤੀ ਹੋਈ ਹੈ। ਤੇ ਆਪਾਂ ਨੂੰ ਪਤਾ, ਆਪਾਂ ਜਿਹੜਾ ਆਪਣਾ ਸੰਵਿਧਾਨ ਹੁੰਦਾ ਉਹਦੇ ਮੇਨ ਪਾਰਟਸ ਨਹੀਂ ਵੰਡ ਲੈਂਦੇ ਹੁੰਦੇ, ਜਿਵੇਂ ਪਹਿਲਾਂ 1 ਤੋਂ 4 ਆਰਟੀਕਲ ਹੁੰਦੇ ਯੂਨੀਅਨ ਤੇ ਟੈਰੀਟਰੀ ਵਾਲੇ, ਫਿਰ 5 ਤੋਂ 11 ਵਾਲੇ ਸਿਟੀਜ਼ਨਸ਼ਿਪ ਵਾਲੇ ਹੁੰਦੇ ਆ, ਫਿਰ 12 ਤੋਂ 35 ਫੰਡਾਮੈਂਟਲ ਰਾਈਟਸ ਹੁੰਦੇ ਆ, ਫਿਰ 36 ਤੋਂ 51 ਜਿਹੜੇ ਆਉਂਦੇ ਆ ਡਾਇਰੈਕਟਰ ਪ੍ਰਿੰਸੀਪਲ ਆਉਂਦੇ ਆ, ਔਰ ਫਿਰ 51 ਇੱਕ ਜਿਹੜਾ ਹੁੰਦਾ ਆ, ਜਿਹੜਾ ਕੀ ਹੁੰਦਾ ਆਪਣੇ ਕੋਲੇ ਫੰਡਾਮੈਂਟਲ ਡਿਊਟੀਜ਼ ਆ, ਜਿਹੜਾ ਸੋਧ ਦੇ ਅਧੀਨ ਆਪਣੇ ਸੰਵਿਧਾਨ ਦੇ ਵਿੱਚ ਪਾਇਆ ਗਿਆ ਸੀਗਾ। ਤਾਂ ਆ 21 ਦੇ 22 ਤਾਂ ਪਹਿਲਾਂ ਹੀ ਬਾਹਰ, ਕਿਉਂਕਿ ਇਹ ਫੰਡਾਮੈਂਟਲ ਰਾਈਟਸ ਨੇ, ਇਹਦਾ ਆਨਸਰ ਹੋ ਨਹੀਂ ਸਕਦੀ। ਤਾਂ ਜਿਹੜਾ 47 ਤੋਂ ਬਾਅਦ ਕੀ ਆ, ਇਹ ਡਾਇਰੈਕਟਰ ਪ੍ਰਿੰਸੀਪਲ ਆ। ਤਾਂ ਆਨਸਰ ਕੀ ਰਹਿ ਗਿਆ ਫਿਰ? ਡੀ ਆਪਸ਼ਨਸ। ਆਪਣੇ ਕੋਲੇ ਡਿਊਟੀ ਆ ਗਈ ਆਰਟੀਕਲ 51 ਏ ਦੇ ਅਧੀਨ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਕੁਐਸਚਨ ਕੀ ਹੈ? ਕੁਐਸਚਨ ਨੰਬਰ 130, ਹੂ ਇਜ਼ ਦਾ ਫਾਦਰ ਆਫ ਵਣ ਮਹਾਉਤਸਵ? ਤਾਂ ਵਣ ਮਹਾਉਤਸਵ ਦਾ ਫਾਦਰ ਆਪਾਂ ਕਿਹਨੂੰ ਮੰਨਦੇ ਹਾਂ? ਇਹਦਾ ਨਾਮ ਸੀਗਾ ਕਲਿਆਲ ਮਨਿਕਲ ਮੁਨਸ਼ੀ। ਤਾਂ ਫਸਟ ਆਪਸ਼ਨ ਆਊਗੀ ਇਹਦੇ ਵਿੱਚ, ਇਹ ਆਪਸ਼ਨ, ਕਿਉਂਕਿ ਮੇਧਾ ਪਾਟੇਕਰ ਇੱਕ ਕੀ ਹੈਗੀ ਸੀ, ਸੋਸ਼ਲ ਐਕਟਿਵਿਸਟ ਸੀਗੀ, ਔਰ SL ਬਹੁ ਗੁਣਾ ਜਿਹੜਾ ਸੀਗਾ ਇਹ ਇੱਕ ਇਨਵਾਇਰਮੈਂਟ ਨਾਲ ਸੰਬੰਧਿਤ ਸੀਗਾ। ਇਹਨੇ ਜਿਹੜੀ ਚਿਪਕੋ ਮੂਵਮੈਂਟ ਜਾਂ ਚਿਪਕੋ ਜਿਹੜੀ ਸੀਗੀ ਅੰਦੋਲਨ ਜਿਹੜਾ ਸੀ ਉਹ ਇਹਨੇ ਚਲਾਇਆ ਸੀ। ਇਹਦਾ ਆਨਸਰ ਆ ਗਿਆ ਆਪਣੇ ਕੋਲ KM ਮੁੰਸ਼ੀ। ਕੁਐਸਚਨ ਨੰਬਰ 131 ਕੀ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਨੈਚੁਰਲ ਸੋਰਸ ਆਫ ਦਾ ਵਾਟਰ? ਬਹੁਤ ਈਜ਼ੀ ਕੁਐਸਚਨ ਹੈ। ਕਿਹੜਾ ਸੋਰਸ ਆਫ ਵਾਟਰ ਨਹੀਂ ਗਾ? ਕਿ ਨਾਲ ਜਿਹੜੀਆਂ ਨਹਿਰਾਂ ਹੁੰਦੀਆਂ ਉਹ ਤਾਂ ਆਪਾਂ ਬਣਾਈਆਂ, ਇਸ ਕਰਕੇ ਉਹ ਦੀਜ਼ ਆਰ ਦਾ ਨਾਟ ਨੈਚੁਰਲ ਸੋਰਸ ਆਫ ਦਾ ਵਾਟਰ। ਨੈਕਸਟ ਕੁਐਸਚਨ ਆਪਣੇ ਕੋਲ ਕੁਐਸਚਨ ਨੰਬਰ 132, ਵਿਚ ਆਫ ਦਾ ਫੋਲੋਇੰਗ ਇਜ਼ ਏ ਮੈਥਡ ਆਫ ਟੀਚਿੰਗ ਇਨਵਾਇਰਮੈਂਟ ਸਟੱਡੀਜ਼? ਕਹਿੰਦਾ ਕਿ ਹੇਠ ਲਿਖਿਆਂ ਦੇ ਵਿੱਚ ਕਿਹੜਾ ਮੈਥਡ ਆ ਜਿਹੜਾ ਇਨਵਾਇਰਮੈਂਟ ਸਟੱਡੀ ਵਾਸਤੇ ਆਪਾਂ ਯੂਜ਼ ਕਰਦੇ ਹਾਂ? ਸਰਵੇ ਮੈਥਡ, ਮਤਲਬ ਸਰਵੇ ਕਰਕੇ ਆਪਾਂ ਜਿਵੇਂ ਡਾਟਾ ਇਕੱਠਾ ਕਰਦੇ ਹਾਂ, ਜਾਂ ਪ੍ਰੋਜੈਕਟ ਮੈਥਡ, ਜਾਂ ਡਿਸਕਸ਼ਨ ਮੈਥਡ, ਜਾਂ ਆਲ ਆਫ ਦਾ ਅਬਾਵ। ਤਾਂ ਡਿਸਕਸ਼ਨ ਮੈਥਡ ਨਾਲ ਡਿਸਕਸ ਜਿੰਨਾ ਮਰਜ਼ੀ ਕਰ ਲਓ, ਇਨਵਾਇਰਮੈਂਟ ਸਟੱਡੀ ਨਹੀਂ ਆਪਾਂ ਟੀਚ ਕਰ ਸਕਦੇ, ਜਾਂ ਉਹਨਾਂ ਦੀ ਲਰਨਿੰਗ ਨਹੀਂ ਹੋ ਸਕਦੀ। ਤਾਂ ਪ੍ਰੋਜੈਕਟ ਮੈਥਡ ਹੋਊਗਾ, ਜਿਹਨੂੰ ਆਪਾਂ ਡਿਸਕਵਰਡ ਮੈਥਡ ਵੀ ਬੋਲ ਦਾਂਗੇ, ਕਿ ਉਹਨਾਂ ਨੂੰ ਇੱਕ ਪ੍ਰੋਪਰ ਪ੍ਰੋਜੈਕਟ ਦਿੱਤਾ ਜਾਵੇ ਜਿਸ ਦੇ ਤਹਿਤ ਉਹ ਕੰਮ ਕਰਨਗੇ ਇਨਵਾਇਰਮੈਂਟ ਦੇ ਨਾਲ ਰਿਲੇਟਡ। ਤਾਂ ਸਹੀ ਮੈਥਡ ਕੀ ਹੋਏਗਾ? ਪ੍ਰੋਜੈਕਟ ਮੈਥਡ। 132ਵੇਂ ਕੁਐਸਚਨ ਦਾ ਆਨਸਰ ਕੀ ਆਏਗਾ ਤੁਹਾਡੇ ਕੋਲੇ? B ਆਪਸ਼ਨ ਇਟਸ ਦਾ ਰਾਈਟ ਆਨਸਰ, B ਆਪਸ਼ਨ ਪ੍ਰੋਜੈਕਟ ਮੈਥਡ। ਕੁਐਸਚਨ ਨੰਬਰ 133 ਕੀ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਵਨ ਆਫ ਆਬਜੈਕਟ ਆਫ ਟੀਚਿੰਗ ਇਨਵਾਇਰਮੈਂਟਲ ਸਟੱਡੀਜ਼ ਐਟ ਦਾ ਪ੍ਰਾਇਮਰੀ ਸਕੂਲ ਲੈਵਲ? ਤਾਂ ਹੇਠ ਲਿਖੇ ਦੇ ਵਿੱਚੋਂ ਕਿਹੜਾ ਮੇਨ ਉਦੇਸ਼ ਹੋਊਗਾ ਜਦੋਂ ਆਪਾਂ ਇਨਵਾਇਰਮੈਂਟ ਸਟੱਡੀ ਪੜ੍ਹਾਵਾਂਗੇ ਪ੍ਰਾਇਮਰੀ ਲੈਵਲ 'ਤੇ? ਟੂ ਮੇਕ ਦਾ ਸਟੂਡੈਂਟ ਲਰਨ ਟੈਕਨੀਕਲ ਟਰਮਸ ਐਂਡ ਡੈਫੀਨੇਸ਼ਨ, ਤਾਂ ਕਿ ਜਿਹੜੇ ਸਟੂਡੈਂਟ ਆ ਉਹ ਟੈਕਨੀਕਲ ਟਰਮ ਅਤੇ ਡੈਫੀਨੇਸ਼ਨ ਸਿੱਖ ਸਕਣ। ਜਾਂ B ਆਪਸ਼ਨ ਕੀ ਹੈ? ਟੂ ਇਨਫੋਰਮ ਦਾ ਸਟੂਡੈਂਟਸ ਅਬਾਊਟ ਦਾ ਬੁੱਕਸ ਦੇ ਸ਼ੁੱਡ ਰੀਡ ਟੂ ਐਕਸਪੈਂਡ ਦੇਅਰ ਨੌਲੇਜ, ਵੀ ਤਾਂ ਕਿ ਜਿਹੜੇ ਬੱਚੇ ਆ ਉਹ ਬੁੱਕਸ ਨੂੰ ਵੱਧ ਤੋਂ ਵੱਧ ਪੜ੍ਹਨ ਤੋਂ ਨੌਲੇਜ ਵਧੇ। C ਆਪਸ਼ਨ ਕੀ ਹੈ? ਟੂ ਕਨੈਕਟ ਦਾ ਐਕਸਪੀਰੀਅੰਸ ਆਫ ਦਾ ਲਰਨਰ ਇਨ ਦੀ ਸਕੂਲ ਵਿਦ ਦੀ ਵਰਲਡ ਆਊਟਸਾਈਡ। ਅਸਲ ਦੇ ਵਿੱਚ ਜਿਹੜੀ ਲਰਨਿੰਗ ਹੈ ਉਹ ਹੁੰਦੀ ਇਹ ਹੈ ਕਿ ਆਪਾਂ ਹੀ ਕਰਾਂਗੇ ਕਿ ਉਹਨਾਂ ਦੇ ਜਿਹੜੇ ਤਜਰਬੇ ਆ ਉਹ ਸਕੂਲ ਤੋਂ ਬਾਹਰ ਵੀ ਉਹਨੂੰ ਸਕੂਲ ਦੇ ਵਿੱਚ ਸਿੱਖਣ ਅਤੇ ਉਹਨਾਂ ਨੂੰ ਬਾਹਰ ਵਰਤੋਂ ਦੇ ਵਿੱਚ ਲੈ ਕੇ ਆਉਣ। ਠੀਕ ਹੈ, ਬਾਹਰੀ ਦੁਨੀਆ ਦੇ ਨਾਲ ਜੋੜਨ। ਤਾਂ C ਆਪਸ਼ਨ ਇਜ਼ ਦਾ ਰਾਈਟ ਆਨਸਰ। ਤਾਂ 133 ਨੰਬਰ ਕੁਐਸਚਨ ਤੁਹਾਡਾ ਕੰਪਲੀਟ ਹੋ ਗਿਆ। ਉਸ ਤੋਂ ਬਾਅਦ ਆਪਣੇ ਕੋਲ ਕੁਐਸਚਨ ਫਿਰ ਪੰਜਾਬੀ ਮੀਡੀਅਮ ਦੇ ਵਿੱਚ ਆ ਗਏ ਸੀ। ਜਿਵੇਂ ਪਹਿਲੇ ਦੇ 124 ਦਾ ਆਨਸਰ ਬਣਿਆ ਸੀ ਆਪਣੇ ਕੋਲੇ ਖਮਾਣੋ ਅਤੇ ਬਟਾਲਾ। ਮੁੰਡਾ ਕਬੀਲਾ ਮੁੱਖ ਤੌਰ 'ਤੇ ਕਿਸ ਰਾਜ ਵਿੱਚ ਪਾਇਆ ਜਾਂਦਾ ਹੈ? ਝਾਰਖੰਡ ਦੇ ਵਿੱਚ। ਨੈਕਸਟ ਕੁਐਸਚਨ 126, ਇੱਕ ਰੁੱਖ 'ਤੇ ਇੱਕ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਸੀਗਾ? ਤਾਂ 6ਵੀਂ 5 ਸਾਲਾ ਯੋਜਨਾ। ਫਿਰ ਨੈਕਸਟ ਕੁਐਸਚਨ ਹੈ, ਹੇਠ ਲਿਖੇ ਵਿੱਚ ਕਿਹੜਾ ਰੁੱਖ ਭਾਰਤੀ ਮੂਲ ਦਾ ਰੁੱਖ ਨਹੀਂ ਹੈ? ਤਾਂ ਸਫੈਦਾ ਆਪਾਂ ਹੁਣੇ ਡਿਸਕਸ ਕਰਕੇ ਹਟੇ ਹਾਂ ਕਿ ਇਹ ਇੱਥੋਂ ਦਾ ਨਹੀਂ ਸੀਗਾ। ਇਬਨ ਬੂਤਾ ਜੋ ਭਾਰਤ ਆਇਆ ਸੀਗਾ ਕਿੱਥੋਂ ਦਾ ਰਹਿਣ ਵਾਲਾ ਸੀਗਾ? ਮੋਰੱਕੋ ਦਾ। ਨੈਕਸਟ ਕੁਐਸਚਨ 129 ਦਾ ਸੀਗਾ ਕਿ ਆਪਣੇ ਕੋਲ ਕੀ ਆਨਸਰ ਆਇਆ ਸੀਗਾ? ਆਰਟੀਕਲ 51A। ਫਿਰ 130 ਦਾ ਕੀ ਆਇਆ ਸੀਗਾ? KM ਮੁੰਸ਼ੀ। ਫਿਰ ਨੈਕਸਟ 131 ਕਿਹੜਾ ਪਾਣੀ ਦਾ ਕੁਦਰਤੀ ਸੋਮਾ ਨਹੀਂ ਹੈ? ਨਹਿਰਾਂ। 132 ਵਾਤਾਵਰਨ ਸਿੱਖਿਆ ਪੜ੍ਹਾਉਣ ਦਾ ਸਹੀ ਢੰਗ। ਚਰਚਾ ਵਿਧੀ ਜਾਂ ਪ੍ਰੋਜੈਕਟ ਵਿਧੀ। ਇੱਥੇ ਆਪਸ਼ਨ ਦੇ ਉੱਪਰ ਹੋ ਗਈਆਂ, ਟਾਈਪਿੰਗ ਦੀ ਪ੍ਰੋਬਲਮ ਹੈ। ਪ੍ਰਾਇਮਰੀ ਪੱਧਰ 'ਤੇ ਵੀ ਇਸ ਪੜ੍ਹਾਉਣ ਦਾ ਕੀ ਉਦੇਸ਼ ਹੈ? ਤਾਂ ਕਿ ਜਿਹੜਾ ਬੱਚਿਆਂ ਨੂੰ ਬਾਹਰਲੀ ਦੁਨੀਆ ਦੇ ਨਾਲ ਆਪਦੇ ਐਕਸਪੀਰੀਅੰਸ ਜੋੜਨ। ਤਾਂ ਇੱਥੇ ਮੈਂ ਇਕੱਲੇ ਆਨਸਰ ਦੱਸੇ ਨੇ, ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਇਸ ਕੁਐਸਚਨ ਨੂੰ ਰੀਡ ਕਰਕੇ ਔਰ ਸਮਝ ਸਕਦੇ ਹੋ। ਇੰਨੇ ਪ੍ਰੋਬਲਮ ਨਹੀਂ ਆਉਂਦੀ ਪੰਜਾਬੀ ਮੀਡੀਅਮ ਵਾਲੇ ਬੱਚਿਆਂ ਨੂੰ ਵੀ। ਠੀਕ ਹੈ, ਨੈਕਸਟ ਕੁਐਸਚਨ ਨੰਬਰ 134 ਕੀ ਹੈ? ਇੰਡੀਆ ਇਜ਼ ਨਾਟ ਏ ਨੈਚੁਰਲ ਹੈਬੀਟੇਟ ਆਫ ਡੈਸ਼ ਬਰਡ? ਜਾਂ ਕਹਿੰਦੇ ਕਿ ਇੰਡੀਆ ਜਿਹੜਾ ਉਹ ਇੱਕ ਨੈਚੁਰਲ ਹੈਬੀਟੇਟ ਨਹੀਂ ਬਣ ਸਕਦਾ। ਕਿਹਦਾ? ਸਪੈਰੋ ਦਾ, ਪੈਰਟ ਦਾ, ਪੈਨੂਗਨ ਜਾਂ ਪੀਕੌਕ। ਤਾਂ ਇਹਦੇ ਵਿੱਚ ਆਏਗਾ ਪੈਨੂਗਨ। ਅਸਲ ਦੇ ਵਿੱਚ ਇਹ ਇੱਕ ਸਰਦੀਆਂ ਪੈਨੂਗਨ ਜਿਹੜੇ ਹੁੰਦੇ ਆ ਨਾ, ਇਹ ਨਾਰਥ ਪੋਲ
ਨਾਰਥ ਪੋਲ ਦੇ ਉੱਪਰ ਰਹਿੰਦੇ ਆ ਔਰ ਇਹ ਸਟਰੋਂਗ ਜਿੱਥੇ ਮਾਈਨਸ ਦੇ ਵਿੱਚ ਟੈਂਪਰੇਚਰ ਹੁੰਦਾ ਹੈ ਔਰ ਉੱਥੇ ਹੀ ਰਹਿ ਸਕਦੇ ਜਿੱਥੇ ਟੈਂਪਰੇਚਰ ਬਹੁਤ ਡਾਊਨ ਹੋਵੇ, ਜਿੱਥੇ ਬਹੁਤ ਸਰਦੀ ਤੇ ਬਰਫ਼ ਪੈਂਦੀ ਆ। ਤਾਂ ਇਸ ਕੁਐਸਚਨ ਦਾ ਆਨਸਰ ਆਪਣੇ ਕੋਲੇ ਕੀ ਆ ਗਿਆ? ਸੀ ਆਪਸ਼ਨ ਪੈਂਗੂਅਨ। ਨੈਕਸਟ ਕੁਐਸਚਨ 135 ਕੀ ਦਾ ਸਪੋਰਟਸ ਇਵੈਂਟ ਨੋਨ ਐਜ਼ ਰੂਰਲ ਓਲੰਪਿਕਸ ਇਜ਼ ਬੀਇੰਗ ਆਰਗੇਨਾਈਜ਼ਡ ਰੈਗੂਲਰਲੀ ਸਿੰਸ ਇਨ ਡੈਸ਼ ਕਿਲਾ ਰਾਏਪੁਰ ਪੰਜਾਬ। ਜਿਹੜਾ ਕਿਲਾ ਰਾਏਪੁਰ ਪੰਜਾਬ ਦੇ ਵਿੱਚ ਰੂਰਲ ਪੇਂਡੂ ਓਲੰਪਿਕ ਹੁੰਦਾ ਆ ਉਹ ਰੈਗੂਲਰਲੀ ਕਦੋਂ ਤੋਂ ਆਰਗੇਨਾਈਜ਼ਡ ਹੋਇਆ ਸੀਗਾ? ਆਪਸ਼ਨ ਦਿੱਤੀਆਂ ਹੋਈਆਂ ਤਾਂ ਉਹ ਹੋਇਆ ਸੀ ਆਪਣੇ ਕੋਲ 135 ਦਾ ਡੀ ਆਪਸ਼ਨ। ਇੱਕ 1938 ਦੇ ਵਿੱਚ ਜਾਂ ਸੌਰੀ 1933 ਤੋਂ ਸ਼ੁਰੂ ਕੀਤਾ ਗਿਆ ਸੀ। ਕਦੋਂ ਸ਼ੁਰੂ ਕੀਤਾ ਗਿਆ ਸੀ? 1933 ਤੋਂ। ਨਹੀਂ, ਇਹ ਕੁਐਸਚਨ 'ਚ ਮੈਨੂੰ ਡਾਊਟ ਲੱਗਦਾ ਹੈ, ਆਈ ਥਿੰਕ 1946 ਆਨਸਰ ਆਏਗਾ, ਇੰਨਾ ਪੁਰਾਣਾ ਨਹੀਂ ਸੀ। 1943 ਸੀ ਆਪਸ਼ਨ, ਡੀ ਆਪਸ਼ਨ ਨਹੀਂ, ਸੀ ਆਪਸ਼ਨ ਆਏਗੀ 1943। ਠੀਕ ਹੈ, ਇਹਨੂੰ ਇੱਕ ਕਨਫਰਮ ਕਰਨਾ ਪਏਗਾ ਤੁਸੀਂ, ਫਿਰ ਵੀ ਇਹਨਾਂ ਦੋਨਾਂ 'ਚੋਂ ਆਪਸ਼ਨ 'ਚ ਹੋਏਗਾ ਸੀ ਜਾਂ ਡੀ। ਨੈਕਸਟ ਕੁਐਸਚਨ ਕੀ ਆਪਣੇ ਕੋਲੇ? ਕੁਐਸਚਨ ਨੰਬਰ 136 ਵਿਚ ਆਫ ਦਾ ਫੋਲੋਇੰਗ ਕ੍ਰੌਪਸ ਯੂਜ਼ਡ ਐਜ਼ ਫੂਡ ਇਜ਼ ਨਾਟ ਏ ਰੂਟਸ। ਤਾਂ ਇਹਦੀਆਂ ਆਪਸ਼ਨਸ ਗਲਤ ਦਿੱਤੀਆਂ ਹੋਈਆਂ ਬੇਟਾ, ਧਿਆਨ ਨਾਲ ਕਰ ਲਿਓ। ਕੁਐਸਚਨ ਇਹ ਐ ਸੀਗਾ, ਇਹਦੇ ਵਿੱਚ ਆਹ ਦੋ ਆਪਸ਼ਨਸ ਹੈ ਨਹੀਂ ਗੀਆਂ। ਕੀ ਕਹਿੰਦਾ ਕਿ ਜਿਹੜੇ ਆਪਣੇ ਕੋਲ 4 ਆਪਸ਼ਨਾਂ ਦਿੱਤੀਆਂ ਸੀਗੀਆਂ, ਪੋਟੈਟੋ, ਰੈਡਿਸ਼, ਆਈ ਥਿੰਕ ਇੱਕ ਸੀਗੀ ਪੋਟੈਟੋ ਹੋ ਗਈ, ਰੈਡਿਸ਼ ਹੋ ਗਈ, ਇੱਕ ਸ਼ਲਗਮ ਜਿਹਨੂੰ ਬੋਲਦੇ ਆ, ਔਰ ਇੱਕ ਸੀਗਾ ਆਪਣੇ ਕੋਲੇ ਹੋਰ ਸੀਗੀ ਆਪਸ਼ਨ। ਤਾਂ ਇਹਨਾਂ ਵਿੱਚ ਆਨਸਰ ਜਿਹੜਾ ਸੀਗਾ ਉਹ ਪੋਟੈਟੋ ਆਊਗਾ, ਕਿਉਂਕਿ ਪੋਟੈਟੋ ਜਿਹੜਾ ਆ ਉਹਨੂੰ ਆਪਣਾ ਕੁਐਸਚਨ ਦੁਬਾਰਾ ਸਮਝਾਉਣ ਲੱਗਿਆ ਮੈਂ, ਇੱਕ ਮਿੰਟ। ਕੁਐਸਚਨ ਕੀ ਸੀਗਾ ਵੀ ਆਪਾਂ ਨੂੰ 4 ਆਪਸ਼ਨ ਦਿੱਤੀਆਂ ਸੀਗੀਆਂ, ਕਿਹੜੇ ਫੂਡ ਨੂੰ ਆਪਾਂ ਇੱਕ ਜੜ੍ਹਾਂ ਦੀ ਤਰ੍ਹਾਂ ਤੌਰ 'ਤੇ, ਜਿਵੇਂ ਰੈਡਿਸ਼ ਹੋ ਗਈ, ਮੂਲੀ ਜਾਂ ਗਾਜਰ ਹੋ ਗਈ ਹੈ ਨਾ, ਉਹਨੂੰ ਆਪਾਂ ਜਿਹੜੇ ਪਾਰਟ ਨੂੰ ਆਪਾਂ ਖਾਂਦੇ ਉਹ ਉਸ ਪਲਾਂਟ ਦੀਆਂ ਜੜ੍ਹਾਂ ਹੁੰਦੀਆਂ। ਇਵੇਂ ਜਿਹੜਾ ਪੋਟੈਟੋ ਹੁੰਦਾ ਨਾ, ਪੋਟੈਟੋ ਨੂੰ ਆਪਾਂ ਇਹ ਨਹੀਂ ਕਹਿ ਸਕਦੇ, ਪੱਟਦੇ ਆਪਾਂ ਜ਼ਰੂਰ ਥੱਲੇ ਆ, ਬਟ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਪੋਟੈਟੋ ਦੀ ਜਿਹੜਾ ਰੂਟਸ ਆ ਉਹਨੂੰ ਯੂਜ਼ ਕਰ ਰਹੇ ਹਾਂ। ਉਹਦਾ ਸਟੈਮ ਵਾਲਾ ਪਾਰਟ ਹੁੰਦਾ ਆ। ਅਸਲ ਦੇ ਵਿੱਚ ਉਹਦੀ ਫੋਟ ਜਿਹੜੀ ਹੁੰਦੀ ਆ ਉਹ ਆਲੂ ਦੀ ਜਾਂ ਪੋਟੈਟੋ ਦੀ, ਉਹਦੇ ਵਿੱਚੋਂ ਨਿਕਲ ਹੁੰਦੀ ਆ ਔਰ ਉਹਦੇ ਵਿੱਚ ਬਰਡਸ ਹੁੰਦੇ ਆ। ਤਾਂ ਆਪਾਂ ਪੋਟੈਟੋ ਨੂੰ ਸਟੈਮ ਦੇ ਵਿੱਚ ਕਾਊਂਟ ਕਰਨਾ ਹੈ, ਨਾ ਕਿ ਆਪਾਂ ਉਹਨੂੰ ਉਹਦੀਆਂ ਜੜ੍ਹਾਂ ਦੇ ਵਿੱਚ। ਤਾਂ ਇਹਦੀ ਆਪਸ਼ਨ ਏ ਆਏਗੀ। ਨੈਕਸਟ ਕੁਐਸਚਨ ਕੀ ਪੰਜਾਬੀ ਦੇ ਵਿੱਚ ਆਇਆ ਤਾਂ ਮੈਂ ਫਿਰ ਇੱਕ ਵਾਰ ਐਕਸਪਲੇਨ ਕਰ ਦੂੰਗਾ। ਕੁਐਸਚਨ ਨੰਬਰ 137 ਕੀ ਆਪਣੇ ਕੋਲ ਦਿੱਤਾ ਹੋਇਆ ਕਿ which of the following animals went into the space in the Russian space shuttle। ਜਦੋਂ ਰਸ਼ੀਅਨ ਸਪੇਸ ਸ਼ਟਲ 1957 ਵਿੱਚ ਭੇਜਿਆ ਗਿਆ ਸੀ ਤਾਂ ਉਦੋਂ ਕਿਹੜਾ ਐਨੀਮਲ ਨਾਲ ਭੇਜਿਆ? ਤਾਂ ਵੈਰੀ ਇੰਪੋਰਟੈਂਟ ਔਰ ਈਜ਼ੀ, ਸਾਰਿਆਂ ਨੂੰ ਪਤਾ ਕਿ ਉਦੋਂ ਇੱਕ ਨਾਲ ਡੌਗ ਸੀਗਾ, ਉਹਨੂੰ ਆਪਾਂ ਲਾਈਕਾ ਦਾ ਨਾਮ ਦਿੱਤਾ ਗਿਆ ਸੀਗਾ, ਉਹਨੂੰ ਨਾਲ ਆਪਾਂ ਭੇਜਿਆ ਸੀ, ਉਹਨੂੰ ਲੈ ਕੇ ਗਏ ਸੀਗੇ ਉਹ, ਔਰ ਉਹ ਕੁਝ ਸਮੇਂ ਵਾਸਤੇ ਉਤਸ਼ਾਹਿਤ ਉੱਥੇ ਜਿੰਦਾ ਰਹੀ ਸੀ, 5-6 ਘੰਟੇ ਬਾਅਦ ਉਹਦੀ ਡੈਥ ਹੋ ਗਈ ਸੀ। ਠੀਕ ਹੈ। ਕੁਐਸਚਨ ਨੰਬਰ 138 ਕੀ ਹੂ ਇਜ਼ ਦ ਪੰਜਾਬ ਫਸਟ ਵੂਮਨ ਪਾਇਲਟ ਇੰਸਟਰਕਟਰ। ਤਾਂ ਪੰਜਾਬ ਦੀ ਪਹਿਲੀ ਵੂਮਨ ਪਾਇਲਟ ਇੰਸਟਰਕਟਰ ਕੌਣ ਹੈ? ਤਾਂ ਇਹਦਾ ਆਨਸਰ ਕੀ ਆਪਣੇ ਕੋਲ ਆਏਗਾ? ਹਰਮਨਦੀਪ ਕੌਰ। ਹਰਮਨਦੀਪ ਕੌਰ, ਇਹ ਆਈ ਥਿੰਕ ਕੁਝ ਹੋਰ ਸੀਗਾ। ਇਹਦਾ ਆਨਸਰ ਇਹਦਾ ਵੀ ਕਨਫਰਮ ਕਰਨਾ ਪਏਗਾ, ਥੋੜ੍ਹਾ ਜਿਹਾ ਡਾਊਟ ਇਸ ਕੁਐਸਚਨ ਦੇ ਵਿੱਚ, ਬਟ ਜ਼ਿਆਦਾ ਆਨਸਰ ਇਹਦੇ ਬੀ ਹੋਣ ਦੇ ਹੀ ਚਾਂਸ ਹੈ। ਹਰਮਨਦੀਪ ਕੌਰ ਇਜ਼ ਯੂ ਕੈਨ ਸੇ ਕਿ ਤੁਸੀਂ ਪੇਪਰ ਦੇ ਵਿੱਚ ਬੀ ਆਪਸ਼ਨ ਲਾ ਸਕਦੇ ਹੋ ਜੇਕਰ। ਵੈਸੇ ਤਾਂ ਕੁਐਸਚਨ ਇਹ ਸਟੈਟਿਕ ਜੀਕੇ ਨਾਲ ਰਿਲੇਟਡ, ਦੁਬਾਰਾ ਕੁਐਸਚਨ ਰਿਪੀਟ ਘੱਟ ਹੁੰਦਾ, ਬਟ ਹਰਮਨਦੀਪ ਕੌਰ ਯੂ ਕੈਨ ਰਾਈਟ। ਠੀਕ ਹੈ। ਨੈਕਸਟ ਕੁਐਸਚਨ ਆਪਣੇ ਕੋਲੇ ਕੀ ਹੈ? 139 139ਵਾਂ ਕੁਐਸਚਨ ਕੀ ਹੈ? ਡੈਸ਼ ਇਜ਼ ਅ ਪਾਰਟ ਆਫ ਐਨਵਾਇਰਮੈਂਟਲ ਸਟੱਡੀਜ਼ ਇਨ ਵਿਚ ਵੀ ਸਟੱਡੀ ਅਬਾਊਟ ਦ ਆਰਗੈਨਿਜ਼ਮ, ਪਲਾਂਟਸ, ਐਨੀਮਲਸ ਐਂਡ ਦੇਅਰ ਰਿਲੇਸ਼ਨਸ਼ਿਪ ਔਰ ਇੰਟਰਡਿਪੈਂਡੈਂਸ ਔਨ ਦ ਅਦਰ ਲਿਵਿੰਗ ਐਂਡ ਨॉन ਲਿਵਿੰਗ ਐਨਵਾਇਰਮੈਂਟ। ਕਹਿੰਦਾ ਕਿ ਜਿਹੜਾ ਵਾਤਾਵਰਨ ਸਟੱਡੀ ਦਾ ਉਹ ਹਿੱਸਾ ਜਿਹਦੇ ਵਿੱਚ ਆਪਾਂ ਜੀਵਾਂ ਅਤੇ ਪਲਾਂਟਾਂ ਬਾਰੇ, ਐਨੀਮਲਸ ਬਾਰੇ, ਉਹਨਾਂ ਦੇ ਆਪਸ ਵਿੱਚ ਸੰਬੰਧ, ਉਹਨਾਂ ਦੀ ਆਪ ਇੱਕ ਦੂਜੇ 'ਤੇ ਡਿਪੈਂਡੈਂਸ ਪੜ੍ਹਦੇ ਹਾਂ, ਲਿਵਿੰਗ ਅਤੇ ਨॉन ਲਿਵਿੰਗ ਥਿੰਗਸ ਦੀ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ? ਤਾਂ ਇਹਦੇ ਵਿੱਚ ਧਿਆਨ ਨਾਲ ਦੇਖੋ ਬੇਟਾ, ਇਹਨੇ ਕੁਐਸਚਨ ਦੇ ਵਿੱਚ ਸਾਰਾ ਕੁਝ ਹੀ ਕਵਰ ਕਰ ਲਿਆ, ਸਾਰੇ ਆਰਗੈਨਿਜ਼ਮ, ਸਾਰੇ ਪਲਾਂਟਸ, ਸਾਰੇ ਐਨੀਮਲਸ। ਠੀਕ ਹੈ। ਜਿਵੇਂ ਚ ਬਾਇਓਲੋਜੀ ਦੀ ਜਿਓਲੋਜੀ ਦਿੱਤਾ ਸੀਗਾ ਤਾਂ ਉੱਥੇ ਪਲਾਂਟਸ ਅਤੇ ਐਨੀਮਲ ਦੇ ਵਿੱਚ ਡਿਵੀਜ਼ਨ ਹੋ ਜਾਂਦੀ ਹੈ ਨਾ, ਬਟ ਇਹਨੇ ਉਹਨੂੰ ਵਿੱਚ ਇਨਕਲੂਡ ਕਰ ਲਿਆ। ਠੀਕ ਹੈ। ਤਾਂ ਇਹਦੇ ਵਿੱਚ ਲਿਵਿੰਗ ਅਤੇ ਨॉन ਲਿਵਿੰਗ ਆਰਗੈਨਿਜ਼ਮ ਦੀ ਵੀ ਗੱਲ ਕਰਦੇ ਤਾਂ ਇਹ ਇਕੋਲੋਜੀ ਆਊਗੀ। 139 ਦਾ ਸੀ ਆਪਸ਼ਨ ਹੈਗੀ ਹੈ ਇਕੋਲੋਜੀ। ਤਾਂ ਇਕੋਲੋਜੀ ਇਜ਼ ਦਾ ਰਾਈਟ ਆਨਸਰ। ਇਹਦੇ ਵਿੱਚ ਲਿਵਿੰਗ ਅਤੇ ਨॉन ਲਿਵਿੰਗ ਸਾਰਾ ਕੁਝ ਹੀ ਕਨਕਲੂਡ ਹੋ ਜਾਂਦਾ। ਕੁਐਸਚਨ ਨੰਬਰ 140 ਕੀ ਹੈ? ਹੋਲਿਸਟਿਕ ਐਜੂਕੇਸ਼ਨ ਏਮਸ ਐਟ ਡੈਸ਼ ਡਿਵੈਲਪਮੈਂਟ ਆਫ ਦਾ ਚਾਈਲਡ। ਕੀ ਹੈ ਕਿ ਇੱਕ ਜਿਹੜੀ ਹੋਲਿਸਟਿਕ ਹੁੰਦੀ ਸਾਰੀ ਦੀ ਸਾਰੀ ਡਿਵੈਲਪਮੈਂਟ ਆ, ਉਹਦਾ ਏਮ ਕੀ ਹੁੰਦਾ? ਇਹਦਾ ਆਪਾਂ ਨੂੰ ਪਤਾ ਐਜੂਕੇਸ਼ਨ ਦਾ ਟੋਟਲੀ ਜਾਂ ਡਿਵੈਲਪਮੈਂਟ ਦਾ, ਐਜੂਕੇਸ਼ਨ ਦਾ ਟੋਟਲੀ ਏਮ ਡਿਵੈਲਪਮੈਂਟ ਹੁੰਦੀ ਹੈ। ਕਿਹੜੀ ਡਿਵੈਲਪਮੈਂਟ ਹੁੰਦੀ ਆ? ਅਕੈਡਮਿਕ ਵੀ, ਇਮੋਸ਼ਨਲ ਵੀ, ਸਕਿੱਲਸ ਵੀ, ਜਾਂ ਆਲ ਅਰਾਊਂਡ। ਇਹ ਅਸਲ ਦੇ ਵਿੱਚ ਜਦੋਂ ਆਪਾਂ
ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਤੁਸੀਂ ਬੀਐਡ ਜਾਂ ਈਟੀਟੀ ਦੇ ਵਿੱਚ ਪੜ੍ਹਦੇ ਹੋ ਤਾਂ ਇੱਕ ਆਲ ਰਾਊਂਡ ਵਰਡ ਨੂੰ ਬਹੁਤ ਵਾਰੀ ਯੂਜ਼ ਕਰਦੇ ਹੋ। ਤਾਂ ਇੱਥੇ ਆਪਸ਼ਨ ਕੀ ਹੈ, ਆਲ ਰਾਊਂਡ ਡਿਵੈਲਪਮੈਂਟ ਜਿਹੜੀ ਹੁੰਦੀ ਹੈ ਚਾਈਲਡ ਦੀ, ਉਹ ਇਹਦਾ ਮੇਨ ਹੈ। ਮਤਲਬ ਆਪਣੇ ਕੋਲ ਕੀ ਹੁੰਦਾ ਹੈ, ਮੇਨ ਏਮ ਹੁੰਦਾ ਐਜੂਕੇਸ਼ਨ ਦਾ। ਕੁਐਸਚਨ ਨੰਬਰ 141, ਲੌਇਸ ਬ੍ਰੇਲ ਇਜ਼ ਨੋਨ ਫਾਰ ਡਿਸਕਵਰੀ ਆਫ। ਤਾਂ ਇਹ ਲੌਇਸ ਬ੍ਰੇਲ ਤੇ ਨਾਮ ਤੋਂ ਹੀ ਕਲੀਅਰ ਆ, ਇੱਕ ਬ੍ਰੇਲ ਹੁੰਦਾ ਹੈ ਕਿੰਨਾ ਵਾਸਤੇ ਹੁੰਦਾ, ਜਿਹੜੇ ਪਰਸਨ ਨੂੰ ਦਿਖਦਾ ਨਹੀਂ ਨਾ ਹੁੰਦਾ ਉਹ ਵੀ ਪੜ੍ਹ ਲੈਂਦੇ ਆ। ਉਹ ਕੀ ਹੁੰਦੇ ਆ, ਜਿਵੇਂ ਅੱਖਰ ਉੱਕਰੇ ਨਹੀਂ ਹੁੰਦੇ ਕਿਸੇ ਪਲੇਨ ਦੇ ਉੱਪਰ, ਤਾਂ ਉੱਪਰ ਟੱਚ ਕਰਕੇ ਦੇਖ ਲੈਂਦੇ ਆ ਕਿ ਜਿਹੜਾ ਉਹਨਾਂ ਉੱਤੇ ਕੀ ਲਿਖਿਆ ਹੋਇਆ, ਤਾਂ ਉਹਨੂੰ ਆਪਾਂ ਬੋਲਦੇ ਹਾਂ ਕਿ ਉਹ ਬ੍ਰੇਲ ਲਿਪੀ ਉਹਨਾਂ ਨੇ ਪੜ੍ਹੀ, ਦੇ ਥਰੂ ਹੀ ਉਹ ਸਿੱਖਦੇ ਸੈਂਸਸ ਨੂੰ ਆਪਦੇ ਨੂੰ ਟੱਚ ਕਰਕੇ। ਤਾਂ ਉਹ ਸਕ੍ਰਿਪਟ ਕਿੰਨਾ ਵਾਸਤੇ ਹੁੰਦੀ ਹੈ, ਜਿਵੇਂ ਪਹਿਲਾਂ ਹੀ ਕਿਹਾ ਕਿ ਉਹ ਜਿਨ੍ਹਾਂ ਨੂੰ ਨਹੀਂ ਦਿਖਦਾ, ਸਕ੍ਰਿਪਟ ਫਾਰ ਬਲਾਈਂਡ। ਠੀਕ ਹੈ। ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲੇ, 142 ਨੰਬਰ ਕੁਐਸਚਨ ਹੈ, ਪਿਕ ਦਾ ਔਡ ਵਨ ਆਊਟ ਫਰੋਮ ਦਾ ਫੋਲੋਇੰਗ ਗੇਮਸ। ਤਾਂ ਆਹ ਗੇਮ ਦੇ ਵਿੱਚੋਂ ਆਪਾਂ ਤਾਂ ਚੈਸ, ਕਬੱਡੀ, ਖੋ ਖੋ, ਹਾਕੀ, ਤਾਂ ਕੀ ਆਨਸਰ ਆਏਗਾ ਚੈਸ, ਕਿਉਂਕਿ ਇਹ ਇਨਡੋਰ ਗੇਮ ਆ। ਬਾਕੀ ਸਾਰੀਆਂ ਕਬੱਡੀ, ਖੋ ਖੋ ਅਤੇ ਹਾਕੀ ਕੀ ਆਪਣੇ ਕੋਲੇ ਆਊਟਡੋਰ ਗੇਮਸ ਆ। ਕੁਐਸਚਨ ਨੰਬਰ 143 ਕੀ ਸੀਗਾ, ਵਿਚ ਲੇਅਰ ਆਫ ਦਾ ਐਟਮੋਸਫੀਅਰ ਕੰਟੇਨ ਦਾ ਓਜ਼ੋਨ ਲੇਅਰ ਰਿਸਪੋਂਸੀਬਲ ਫਾਰ ਅਬਜ਼ੋਰਪਸ਼ਨ ਆਫ ਅਲਟਰਾਵਾਇਲਟ ਰਾਈਡ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਓਜ਼ੋਨ ਲੇਅਰ ਹੁੰਦੀ ਹੈ ਆਪਣੇ ਐਟਮੋਸਫੀਅਰ ਦੇ ਵਿੱਚ, ਜਿਹੜੀਆਂ ਸਨ ਤੋਂ ਰੇਜ਼ ਆਉਂਦੀਆਂ ਉਹਦੇ ਵਿੱਚ ਕੁਝ ਕੁ ਡੇਂਜਰਸ ਜਾਂ ਹਾਨੀਕਾਰਕ ਰੇਜ਼ ਹੁੰਦੀਆਂ ਜਿਹਨਾਂ ਨੂੰ ਆਪਾਂ ਅਲਟਰਾਵਾਇਲਟ, ਕਾਫੀ ਐਨਰਜੈਟਿਕ ਹੁੰਦੀਆਂ, ਉਹਨਾਂ ਨੂੰ ਵੀ ਜਿਹੜੀ ਸਨ ਤੋਂ ਆਉਂਦੀਆਂ, ਬਟ ਉਹਨਾਂ ਨੂੰ ਰਸਤੇ ਦੇ ਵਿੱਚ ਇੱਕ ਲੇਅਰ ਅਬਜ਼ੋਰਵ ਕਰਦੀ ਓਜ਼ੋਨ ਲੇਅਰ। ਉਹ ਜਿਹੜੀਆਂ 4 ਤਹਿਾਂ ਬਣੀਆਂ ਹੁੰਦੀਆਂ ਆਪਣੇ ਕੋਲੇ ਐਟਮੋਸਫੀਅਰ ਦੇ ਵਿੱਚ, ਵਾਯੂਮੰਡਲ ਦੇ ਵਿੱਚ, ਤਾਂ ਕਿਹੜੀ ਵਿੱਚ ਹੁੰਦੀ ਹੈ, ਆਪਾਂ ਨੂੰ ਪਤਾ 4 ਤਹਿਾਂ। ਸਭ ਤੋਂ ਪਹਿਲਾਂ ਕੀ ਹੁੰਦੀ ਹੈ, ਟ੍ਰੋਪੋਸਫੀਅਰ, ਫਿਰ ਸਟੈਟੋਸਫੀਅਰ, ਫਿਰ ਮੀਜ਼ੋਸਫੀਅਰ ਆਉਂਦੀ ਹੈ, ਔਰ ਉਸ ਤੋਂ ਬਾਅਦ ਆਪਣੇ ਕੋਲੇ ਕੀ ਆਉਂਦੀ, ਥਰਮੋਸਫੀਅਰ। ਤਾਂ ਉਹ ਹੁੰਦੀ ਦੂਸਰੀ ਵਾਲੀ ਜਿਹੜੀ ਹੈਗੀ ਆ ਸਟੈਟੋਸਫੀਅਰ ਦੇ ਵਿੱਚ। ਤਾਂ ਸੀ ਆਪਸ਼ਨ ਆਏਗਾ 143 ਦਾ। ਕੁਐਸਚਨ ਨੰਬਰ 144 ਕੀ ਇਨਵਾਇਰਮੈਂਟਲ ਸਟੱਡੀ ਇਨਕਲੂਡ। ਤਾਂ ਇਨਵਾਇਰਮੈਂਟ ਸਟੱਡੀ ਦੇ ਵਿੱਚ ਕੀ ਆਉਂਦਾ ਹੈ, ਫੂਡ ਚੇਨ ਬਾਰੇ ਪੜ੍ਹਦੇ ਹਾਂ, ਜਾਂ ਵਾਟਰ ਸਾਈਕਲ ਬਾਰੇ ਪੜ੍ਹਦੇ ਹਾਂ, ਜਾਂ ਲਾਈਫ ਔਨ ਦਾ ਅਰਥ, ਆਲ ਆਫ ਅਬਾਵ। ਆਪਾਂ ਇਹਨਾਂ ਸਾਰਿਆਂ ਬਾਰੇ ਹੀ ਇਹਦੇ 'ਚ ਆਪਾਂ ਪੜ੍ਹਦੇ ਹਾਂ। ਕੁਐਸਚਨ ਨੰਬਰ 145 ਕੀ ਹੈ, ਪੈਸਟੋਰਾਈਜੇਸ਼ਨ ਇਜ਼ ਮੇਨਲੀ ਯੂਜ਼ਡ ਫਾਰ ਵੈਜੀਟੇਬਲ, ਮਿਲਕ, ਫੂਡ ਗ੍ਰੇਨਸ ਐਂਡ ਨਨ ਆਫ ਦਾ ਅਬਵ। ਤਾਂ ਪੈਸਟੋਰਾਈਜੇਸ਼ਨ ਆਪਾਂ ਕਾਹਦੇ ਵਾਸਤੇ ਯੂਜ਼ ਕਰਦੇ ਹਾਂ, ਇਹ ਮਿਲਕ ਨੂੰ ਆਪਾਂ ਇੱਕ ਤਰ੍ਹਾਂ ਨਾਲ ਪ੍ਰਜ਼ਰਵ ਕਰਨ ਵਾਸਤੇ ਇਹਨੂੰ ਯੂਜ਼ ਕਰਦੇ ਹਾਂ। ਮਿਲਕ ਨੂੰ ਪੈਸਟੋਰਾਈਜ਼ ਕਰਕੇ ਜਿਹੜੀ ਆਪਣੇ ਕੋਲ ਪੈਕਟਾਂ ਦੇ ਵਿੱਚ ਦੁੱਧ ਆਉਂਦਾ, ਤਾਂ ਉਹ ਪੈਸਟੋਰਾਈਜੇਸ਼ਨ ਉਹਨਾਂ ਦੀ ਹੋਈ ਹੁੰਦੀ ਆ। ਉਹਨਾਂ ਨੂੰ ਆਪਾਂ ਕਿ ਇਸ ਤਰੀਕੇ ਦੇ ਨਾਲ ਕੋਈ ਕਿ ਉਹ ਮਤਲਬ ਖ਼ਰਾਬ ਨਾ ਹੋਵੇ, ਜਿਹਨੂੰ ਆਪਾਂ ਬੋਲਦੇ ਹਾਂ, ਉਸਦੀ ਪੈਸਟੋਰਾਈਜੇਸ਼ਨ ਕੀਤੀ ਹੁੰਦੀ ਹੈ। ਨੈਕਸਟ ਕੁਐਸਚਨ ਕੀ ਹੈ 143, ਇਗਲੂ ਇਜ਼ ਅ ਟਾਈਪ ਆਫ ਸ਼ੈਲਟਰ ਵਿਚ ਇਜ਼ ਬਿਲਡ। ਤਾਂ ਇੱਕ ਇਗਲੂ ਟਾਈਪ ਦੇ ਘਰ ਬਣੇ ਹੁੰਦੇ ਆ ਜਿਹੜੇ ਪੋਲ ਏਰੀਆ 'ਤੇ ਬਰਫ਼ ਜ਼ਿਆਦਾ ਪੈਂਦੀ ਹੈ, ਜਿੱਥੇ ਹਰ ਵਕਤ ਬਰਫ਼ ਪੈਂਦੀ, ਟੈਂਪਰੇਚਰ ਮਾਈਨਸ ਦੇ ਵਿੱਚ ਹੁੰਦਾ, ਤਾਂ ਉੱਥੇ ਇੱਕ ਸਪੈਸ਼ਲ ਟਾਈਪ ਦੇ ਛੋਟੇ ਛੋਟੇ ਘੁਰਨੇ ਜਿਹਨੂੰ ਆਪਾਂ ਬੋਲਦੇ ਹਾਂ, ਉਸ ਤਰ੍ਹਾਂ ਦੇ ਘਰ ਬਣਾਏ ਜਾਂਦੇ ਆ। ਉਹਦੇ ਵਿੱਚ ਕੀ ਹੁੰਦਾ ਹੈ, ਅੰਦਰੋਂ ਕਾਫੀ ਹੀਟ ਹੁੰਦੀ, ਬਾਹਰਲੀ ਇਨਵਾਇਰਮੈਂਟ ਦਾ ਅਸਰ ਉਹਨਾਂ 'ਤੇ ਘੱਟ ਹੁੰਦਾ। ਤਾਂ ਉਹ ਕਿੱਥੇ ਬਣਵਾਏ ਜਾਂਦੇ, ਜਿੱਥੇ ਬਰਫ਼ ਜ਼ਿਆਦਾ ਪਊਗੀ, ਠੰਡ ਜ਼ਿਆਦਾ ਹੋਊਗੀ, ਤਾਂ ਉਹ ਕਿੱਥੇ ਹੋਊਗੀ, ਆਪਾਂ ਨੂੰ ਪਤਾ ਪੋਲਰ ਰੀਜਨ 'ਤੇ ਹੋਏਗੀ ਨਾ। ਤਾਂ ਸੀ ਆਪਸ਼ਨ ਇਟਸ ਦਾ ਰਾਈਟ ਆਨਸਰ। ਪੋਲਰ ਰੀਜਨ ਜਿਹੜੇ ਧਰਤੀ ਦੇ ਜਿਹੜੇ ਹੈਗੇ ਆ ਧਰੁਵਾਂ ਦੇ ਉੱਪਰ ਜ਼ਿਆਦਾ ਉਹ ਬਰਫ਼ ਪੈਂਦੀ, ਠੰਡ ਹੁੰਦੀ, ਇਸ ਕਰਕੇ ਉੱਥੇ ਆਪਾਂ ਕੀ ਬਣਾਉਣੇ ਆ, ਇਗਲੂ। ਨੈਕਸਟ ਕੁਐਸਚਨ ਕੀ ਹੈ 147, ਵਿਚ ਆਫ ਦਾ ਫੋਲੋਇੰਗ ਇਨਵਾਇਰਮੈਂਟਲਿਸਟ ਫੀਲਡ ਏ ਕੇਸ ਇਨ ਦੀ ਸੁਪਰੀਮ ਕੋਰਟ ਔਨ ਇਸ਼ੂ ਆਫ ਇਨਵਾਇਰਮੈਂਟਲ ਪੋਲੂਸ਼ਨ। ਤਾਂ ਇਹ ਕੌਣ ਸੀਗਾ 147 ਦਾ, ਬੀ ਆਪਸ਼ਨ MC ਮਹਿਤਾ। ਉਹਨਾਂ ਨੇ ਕੀ ਕੀਤਾ ਸੀਗਾ, ਸੁਪਰੀਮ ਕੋਰਟ ਦੇ ਵਿੱਚ ਇਨਵਾਇਰਮੈਂਟ ਪੋਲੂਸ਼ਨ ਦੇ ਉੱਪਰ ਕੇਸ ਜਿਹੜਾ ਅਗੇਂਸਟ ਦਾ ਗਵਰਨਮੈਂਟ ਲੱਗਿਆ ਹੋਇਆ, MC ਮਹਿਤਾ। ਨੈਕਸਟ ਕੁਐਸਚਨ ਹੈਗਾ 148, ਕੀ ਕੁਐਸਚਨ ਆਪਣੇ ਕੋਲ ਹੈਗਾ ਇਹ, ਵਿਚ ਆਫ ਦਾ ਫੋਲੋਇੰਗ ਇਜ਼ ਦੀ ਆਪਸ਼ਨ ਫਾਰ ਮੈਨੇਜਮੈਂਟ ਆਫ ਏਅਰ ਪੋਲੂਸ਼ਨ। ਤਾਂ ਅਗਰ ਆਪਾਂ ਏਅਰ ਪੋਲੂਸ਼ਨ ਨੂੰ ਮੈਨੇਜ ਕਰਨਾ ਤਾਂ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸਹੀ ਹੈ। ਟਰੀ ਪਲਾਂਟੇਸ਼ਨ ਕਰਨੀ ਚਾਹੀਦੀ ਆਪਾਂ ਨੂੰ ਵੱਧ ਤੋਂ ਵੱਧ, ਜਾਂ ਟਰਾਂਸਪੋਰਟ ਪਲੈਨਿੰਗ ਆਪਾਂ ਨੂੰ ਕੀ ਜਿਹੜੇ ਆਪਣੇ ਵਹੀਕਲ ਆ ਜਿਨ੍ਹਾਂ ਦਾ, ਜਿਵੇਂ ਦਿੱਲੀ ਦੇ ਵਿੱਚ ਹੁੰਦਾ ਓਡੀਵਨ ਵਾਲਾ ਫਾਰਮੂਲਾ ਨਹੀਂ ਲਾ ਦਿੰਦੇ ਹੁੰਦੇ ਜਦੋਂ ਪੋਲੂਸ਼ਨ ਜ਼ਿਆਦਾ ਹੁੰਦਾ, ਜਾਂ ਯੂਜ਼ਿੰਗ ਦਾ CNG ਫਿਊਲ, ਇਕੱਲਾ CNG ਪੈਟਰੋਲ ਗੱਡੀਆਂ ਜਾਂ ਡੀਜ਼ਲ ਗੱਡੀਆਂ ਨੂੰ ਬੰਦ ਕਰਕੇ। ਤਾਂ ਇਹ ਸਾਰੇ ਦੇ ਸਾਰੇ ਹੀ ਆਪਸ਼ਨਸ ਆ ਜਾਣਗੀਆਂ ਮੈਨੇਜਮੈਂਟ ਆਫ ਦਾ ਏਅਰ ਪੋਲੂਸ਼ਨ। ਤਾਂ ਇਹਦਾ ਆਨਸਰ ਕੀ ਆਏਗਾ ਤੁਹਾਡੇ ਕੋਲੇ, ਡੀ ਆਪਸ਼ਨ ਇਜ਼ ਦਾ ਰਾਈਟ ਆਨਸਰ, ਆਲ ਆਫ ਦੀਜ਼, ਟਰੀ ਪਲਾਂਟੇਸ਼ਨਸ, ਟਰਾਂਸਪੋਰਟ ਪਲੈਨਿੰਗ, ਯੂਜ਼ਿੰਗ ਆਫ CNG ਐਜ਼ ਏ ਫਿਊਲ। ਨੈਕਸਟ ਕੁਐਸਚਨ ਨੰਬਰ 149 ਕੀ ਹੈ, ਵਰਲਡ ਐਨਵਾਇਰਨਮੈਂਟ ਡੇ ਇਜ਼ ਸੈਲੀਬ੍ਰੇਟਡ ਔਨ। ਤਾਂ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, 149 ਦਾ ਕੀ ਆਏਗਾ, ਬੀ ਆਪਸ਼ਨ 5 ਮਈ, 5 ਮਈ ਨੂੰ ਮਨਾਇਆ ਜਾਂਦਾ। ਠੀਕ ਹੈ। ਕੁਐਸਚਨ ਨੰਬਰ 150 ਕੀ ਹੈ, ਸੋਇਲ ਇਰੋਜ਼ਨ ਰਿਮੂਵਸ ਸਰਫੇਸ ਸੋਇਲ ਵਿਚ ਕੰਟੇਨਸ। ਕਹਿੰਦਾ ਜਿਹੜਾ ਮਿੱਟੀ ਦਾ ਰੀਜ਼ਨ ਹੁੰਦਾ ਆ, ਜਿਹਨੂੰ ਆਪਾਂ ਕੀ ਬੋਲਦੇ ਪੰਜਾਬੀ ਦੇ ਵਿੱਚ, ਮਿੱਟੀ ਦਾ ਰੋੜ ਹੁੰਦਾ ਆ, ਸੋਇਲ ਰੀਜ਼ਨਸ ਹੁੰਦੀਆਂ ਨੇ,
ਉਹਦੇ ਕਰਕੇ ਸੋਇਲ ਦਾ ਕਿਹੜਾ ਭਾਗ ਜਿਹੜਾ ਹੁੰਦਾ ਹੈ ਉਹ ਰੇਜ਼ ਹੁੰਦਾ ਹੈ। ਪਲਾਂਟ ਉਹਦੇ ਵਿੱਚ ਕੀ ਹੁੰਦੇ, ਪਲਾਂਟ ਨਿਊਟ੍ਰੀਐਂਟਸ ਹੁੰਦੇ, ਆਰਗੈਨਿਕ ਮੈਟਰ ਬੋਥ ਏ ਐਂਡ ਬੀ। ਤਾਂ ਇਹਦੇ ਵਿੱਚ ਨਾ ਕੀ ਹੈ, ਉੱਪਰ ਵਾਲਾ ਭਾਗ ਜਾਂਦਾ ਹੁੰਦਾ, ਜਿਹੜਾ ਉਪਜਾਊ ਭਾਗ ਹੁੰਦਾ ਮਿੱਟੀ ਦਾ ਉਹ ਰੁੜ ਜਾਂਦਾ ਹੈ। ਠੀਕ ਹੈ, ਤਾਂ ਉਹਦੇ ਵਿੱਚ ਪਲਾਂਟ ਦੇ ਨਿਊਟ੍ਰੀਐਂਟਸ ਵੀ ਹੁੰਦੇ ਆ, ਉਹਨਾਂ ਦੇ ਮਤਲਬ ਜਿਹੜੀ ਕਣ ਹੁੰਦੇ ਆ ਜਾਂ ਕਹਿ ਲਓ ਕਿ ਉਹਨਾਂ ਨੂੰ ਹੈਲਪ ਕਰਦੇ ਆ ਗਰੋ ਕਰਨ ਦੇ ਵਿੱਚ, ਉਹ ਵੀ ਹੁੰਦੇ ਆ। ਆਰਗੈਨਿਕ ਮੈਟਰਸ ਵੀ ਹੁੰਦਾ। ਅਤੇ ਇਹਦਾ ਮਤਲਬ ਆਪਸ਼ਨ ਕੀ ਆਏਗਾ, ਸੀ ਬੋਥ ਏ ਐਂਡ ਬੀ। ਤਾਂ ਤੁਸੀਂ ਲਿਖ ਸਕਦੇ ਹੋ ਇਹਦਾ ਆਨਸਰ ਕੀ ਹੈ, ਸੀ ਬੋਥ ਏ ਐਂਡ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਆਪਣੇ ਕੋਲੇ ਕੁਐਸਚਨ ਨੰਬਰ ਪੰਜਾਬੀ ਦੇ ਵਿੱਚ ਦਿੱਤੇ ਹੋਏ ਕਿ ਪੈਸਚਰਾਈਜੇਸ਼ਨ ਦੀ ਵਰਤੋਂ ਮੁੱਖ ਤੌਰ 'ਤੇ ਕਿਸ ਲਈ ਕੀਤੀ ਜਾਂਦੀ ਹੈ। ਤਾਂ ਕੀ ਆਇਆ ਸੀ ਆਪਣੇ ਕੋਲੇ, ਦੁੱਧ। ਇਗਲੂ ਇੱਕ ਕਿਸਮ ਦਾ ਘਰ ਹੈ ਜੋ ਡੈਸ਼ ਵਿੱਚ ਬਣਾਇਆ ਜਾਂਦਾ ਹੈ। ਤਾਂ ਧਰੁਵੀ ਖੇਤਰ ਦੇ ਵਿੱਚ ਆ ਗਿਆ ਆਪਣੇ ਕੋਲੇ। ਨੈਕਸਟ ਕੁਐਸਚਨ ਹੈ 147, ਵਾਤਾਵਰਨ ਦੇ ਪ੍ਰਦੂਸ਼ਣ ਨੂੰ ਲੈ ਕੇ ਕਿਸ ਵਾਤਾਵਰਨ ਪ੍ਰੇਮੀ ਨੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਕੇਸ ਦਰਜ ਕੀਤਾ ਹੋਇਆ, MC ਮਹਿਤਾ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਹਵਾ ਪ੍ਰਦੂਸ਼ਣ ਲਈ ਪ੍ਰਬੰਧਨ ਵਿਕਲਪ ਹੈ। ਅਤੇ ਕੀ ਆਨਸਰ ਆਏਗਾ, ਉਪਰੋਕਤ ਸਾਰੇ ਰੁੱਖ ਲਗਾਉਣਾ, ਆਵਾਜਾਈ ਦੀ ਯੋਜਨਾਬੰਦੀ, CNG ਦੀ ਬਾਲਣ ਦੀ ਵਰਤੋਂ। ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ, ਆਪਣੇ ਕੋਲ ਆ ਗਿਆ 5 ਮਈ। ਮਿੱਟੀ ਦਾ ਘਟਾਅ, ਹਾਂ ਸੋਇਲ ਰੀਜਨ ਦਾ ਮੈਨੂੰ ਪੰਜਾਬੀ ਨਹੀਂ ਸੀ ਪਤਾ, ਨਹੀਂ ਮਿੱਟੀ ਦਾ ਘਟਾਅ ਲਿਖਿਆ, ਉੱਪਰਲੀ ਪਰਤ ਨੂੰ ਹਟਾ ਦਿੰਦਾ ਹੈ, ਜਿਸ ਵਿੱਚ ਕੀ ਹੁੰਦੇ, ਜੈਵਿਕ ਪਦਾਰਥ ਵੀ ਹੁੰਦੇ ਆ ਅਤੇ ਪੌਸ਼ਦਿਆਂ ਦੇ ਪੋਸ਼ਕ ਤੱਤ ਵੀ ਹੁੰਦੇ ਆ। ਇਸ ਕਰਕੇ ਆਪਸ਼ਨਸ ਕੀ ਆਊਗਾ, A ਅਤੇ C ਇਹਦਾ ਜਿਹੜਾ ਆਨਸਰ ਆ ਜਾਏਗਾ। ਤਾਂ ਇਹਦੇ ਨਾਲ ਤੁਹਾਡਾ ਜਿਹੜਾ ਐਨਵਾਇਰਨਮੈਂਟ ਵਾਲਾ ਪਾਰਟ ਆ ਜਿਹੜਾ ਉਹ ਖਤਮ, ਮਤਲਬ ਕੰਪਲੀਟ ਹੋ ਜਾਂਦਾ 2021 ਦੇ ਕੁਐਸਚਨ ਪੇਪਰ ਦੇ ਵਿੱਚ। ਤਾਂ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਇਹ ਵਾਲਾ ਪੋਰਸ਼ਨ ਆ ਤੁਹਾਡੇ ਲਈ ਕਾਫੀ ਹੈਲਪਫੁਲ ਹੋਏਗਾ, ਤੁਹਾਨੂੰ ਚੰਗਾ ਲੱਗੂਗਾ। ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਜ਼ਰੂਰ ਲਾਈਕ ਅਤੇ ਸਬਸਕ੍ਰਾਈਬ ਚੈਨਲ ਨੂੰ ਕਰਿਓ। ਅਤੇ ਅੱਜ ਦੇ ਲਈ ਬਸ ਇੰਨਾ ਹੀ, ਧੰਨਵਾਦ।